ਅਬ ਜਨ ਭਲ ਉਨੈ ਭਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹੇ ਬਾਨਿਆ ਭਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹੇ ਬਨ ਆਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਸਵਾਰੀ ਗੁਰੂ ਪਿਆਰੀ ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਤਿਅੰਤ ਬਖਸ਼ਿਸ਼ ਦੇ ਸਦਕਾ ਸਰਬੱਤ ਮਾਈ ਭਾਈ ਗੁਰ ਸਿੱਖ ਸੰਗਤਾਂ ਮਿਲ ਜੁਲ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਥਾਨ 'ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਗੋਦ ਅੰਦਰ ਜੁੜ ਮਿਲ ਬੈਠ ਕਰਕੇ ਅੱਜ ਦਾ ਮੁਬਾਰਕ ਦਿਨ ਧੰਨ ਧੰਨ ਸਤਿਗੁਰੂ ਅਮਰਦਾਸ ਮਹਾਰਾਜ। ਅੱਜ ਦੇ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਆਓ ਉਸ ਪਾਵਨ ਪਵਿੱਤਰ ਇਤਿਹਾਸ ਨੂੰ ਸੰਖੇਪ ਰੂਪ ਅੰਦਰ ਬੜੇ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਗੋਇੰਦਵਾਲ ਦੀ ਧਰਤੀ 'ਤੇ ਨੇ ਪਰਖ ਕੀਤੀ ਆ ਤੇ ਭਾਈ ਜੇਠਾ ਜੀ ਗੁਰੂ ਰਾਮਦਾਸ ਸਾਹਿਬ ਪਰਖ ਦੀ ਕਸਵੱਟੀ 'ਤੇ ਪੂਰੇ ਉਤਰੇ ਨੇ ਔਰ ਸਰਬ ਸੰਗਤਾਂ ਇਕੱਠੀਆਂ ਨੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਔਰ ਅਲਾਹੀ ਬਾਣੀ ਦੇ ਰਸੀਏ ਸੇਵਾ ਤੇ ਸਿਮਰਨ ਦੇ ਮੁਜੱਸ਼ਮੇ ਸਿੱਖ ਇੱਕ ਇੱਕ ਗੁਰੂ ਦੇ ਬਚਨ ਨੂੰ ਕਮਾਉਣ ਹਾਰੇ ਕੋਲ ਨੇ। ਜਿਵੇਂ ਮਹਾਰਾਜ ਤਿਲਕ ਨਿਸ਼ਾਨੀ ਗੁਰੂ ਰਾਮਦਾਸ ਜੀ ਨੂੰ ਕਰਕੇ ਆਪ ਜੋਤੀ ਜੋਤ ਸਮਾਉਣ ਦੀਆਂ ਤਿਆਰੀਆਂ ਕਰ ਰਹੇ ਨੇ, ਰੌਲੇ ਗੌਲੇ ਤੋਂ ਸੰਕੋਚ ਕਰਕੇ ਔਰ ਪ੍ਰੇਮ ਸਹਿਤ ਆਪਣੀ ਸੁਰਤ ਨੂੰ ਟਿਕਾ ਕੇ ਔਰ ਗੋਇੰਦਵਾਲ ਦੀ ਪਾਵਨ ਧਰਤੀ 'ਤੇ ਲੈ ਕੇ ਚੱਲੀਏ ਆਪਣੇ ਆਪ ਨੂੰ, ਜਿੱਥੋਂ ਇਹ ਪਾਵਨ ਪਵਿੱਤਰ ਇਤਿਹਾਸ ਕਵੀ ਸੰਤੋਖ ਸਿੰਘ ਜੀ ਚੂੜਾਮਨ ਸਾਨੂੰ ਸ਼ਰਵਣ ਕਰਾ ਰਹੇ ਨੇ। ਕਿਵੇਂ ਗੁਰੂ ਅਮਰਦਾਸ ਮਹਾਰਾਜ ਉਪਦੇਸ਼ ਕਰ ਰਹੇ ਨੇ, ਕਿਹੋ ਜਿਹਾ ਮਾਹੌਲ ਹੈ, ਕੀ ਕੁਝ ਹੋ ਰਿਹਾ ਹੈ। ਆਓ ਸੁਰਤ ਨੂੰ ਟਿਕਾ ਕੇ ਸਰਵਣ ਕਰੀਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਨੂੰ ਸੰਮਤ ਕਹੀਏ, ਉਹਨਾਂ ਨੂੰ ਪ੍ਰੇਮ ਦੇ ਸਹਿਤ ਉਹਨਾਂ ਦੀ ਸਲਾਹ ਮਸ਼ਵਰਾ ਲੈਣਾ ਕਰਕੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਜੀ ਨਾਲ ਸਾਰੀ ਸਲਾਹ ਕੀਤੀ ਆ ਕਿ ਸਾਡਾ ਹੁਣ ਜੋਤੀ ਜੋਤ ਸਮਾਉਣ ਦਾ ਸਮਾਂ ਆ ਗਿਆ ਹੈ ਤੇ ਪਰਖ ਦੀ ਕਸਵੱਟੀ ਅੰਦਰ ਰਾਮਦਾਸ ਜੀ ਪੂਰੇ ਉਤਰੇ ਨੇ।
ਜਿਨ੍ਹਾਂ ਦੇ ਅੰਦਰ ਇਹ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਅੱਗੇ ਵਿਚਰਨਾ ਆ, ਉਹ ਰਸਮ ਜਿਹੜੀ ਅਖੀਰ ਨੂੰ ਨਿਭਾਈਦੀ ਆ, ਉਹਨੂੰ ਆਪਾਂ ਪੂਰੀ ਕਰੀਏ। ਤੇ ਬਾਬਾ ਬੁੱਢਾ ਸਾਹਿਬ ਜੀ ਦੀ ਸਲਾਹ ਦੇ ਨਾਲ ਗੁਰੂ ਅਮਰਦਾਸ ਮਹਾਰਾਜ ਨੇ 5 ਪੈਸੇ, ਜਿਹਦਾ ਮਤਲਬ ਸੀ ਕੁੱਲ ਜਹਾਨ ਦੀ ਮਾਇਆ, ਔਰ ਨਾਰੀਅਲ ਇੱਕ ਸ੍ਰੀ ਫਲ ਪਵਿੱਤਰ ਫਲ ਜਿਹੜਾ ਆ, ਕਿਉਂਕਿ ਇਸ ਨੂੰ ਕੋਈ ਵੀ ਜੁਠਿਆ ਨਹੀਂ ਸਕਦਾ। ਔਰ ਇਹ ਫਲ ਜਿਹੜਾ ਆ ਪ੍ਰੇਮ ਦੇ ਨਾਲ ਬਾਬਾ ਬੁੱਢਾ ਜੀ ਨੇ ਕੁੱਲ ਜਹਾਨ ਦੀ ਤਾਕਤ ਜਿਹੜੀ ਆ ਉਹ ਫਲ ਵਿੱਚ ਨਹੀਂ ਗੀ, ਨਾ ਪੈਸਿਆਂ ਵਿੱਚ। ਇਹ ਤਾਂ ਕੇਵਲ ਗੁਰੂ ਜਿਹੜਾ ਹੈ ਬਾਹਰੀ ਤੌਰ 'ਤੇ ਇੱਕ ਰਸਮ ਨਿਭਾਉਂਦਾ, ਤਾਕਤਾਂ, ਬਖਸ਼ਿਸ਼ਾਂ, ਰਹਿਮਤਾਂ ਸਭ ਜੋਤ ਤੇ ਉਹਨਾਂ ਬਚਨਾਂ ਦੇ ਵਿੱਚ ਆ। ਮਹਾਰਾਜ ਜੀ ਨੇ ਉਹ 5 ਪੈਸੇ ਨਾਰੀਅਲ ਹੱਥ ਵਿੱਚ ਲੈ ਕੇ ਰਾਮਦਾਸ ਕੀ ਭੇਟ ਕਰ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਅੱਜ ਉਸ ਜਗ੍ਹਾ ਤੇ ਬਿਠਾ ਲਿਆ ਜਿੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਬੈਠਦੇ ਸਨ। ਉਹਨਾਂ ਦੇ ਅੱਗੇ ਭੇਟਾ ਰੱਖ ਦਿੱਤੀ ਤੇ ਰਹਿਮਤ ਭਰੀ ਨਦਰ ਦੇ ਨਾਲ ਉਹਨਾਂ ਵੱਲ ਤੱਕਿਆ ਤੇ ਨਦਰੋ ਨਦਰੀ ਨਿਹਾਲ ਕਰ ਦਿੱਤਾ। ਗੁਰੂ ਨਾਨਕ ਸਾਹਿਬ ਦੀ ਜੋਤ ਜਿਹੜੀ ਆ ਜਦੋਂ 5 ਪੈਸੇ ਨਾਰੀਅਲ ਰੱਖ ਕੇ ਤੇ ਮਸਤਕ ਟੇਕ ਕੇ ਰਹਿਮਤ ਵਰਸਾਈ, ਉਹ ਜੋਤ ਅੰਦਰ ਪ੍ਰਵੇਸ਼ ਕਰ ਗਈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਪ੍ਰਕਰਮਾਂ ਅੱਗੇ ਸੰਗਤ, ਸੇਵਕ, ਸਿੱਖ ਔਰ ਭਾਈ ਰਾਮਦਾਸ ਜੀ ਵੀ ਕਰਦੇ ਸਨ। ਅੱਜ ਸਤਿਗੁਰੂ ਰਾਮਦਾਸ ਸੋਢੀ ਸੁਲਤਾਨ ਪਿਤਾ ਬਣ ਗਏ ਨੇ, ਜਿਹਨੂੰ ਮਹਾਰਾਜ ਕਹਿੰਦੇ ਆ ਧੰਨ ਧੰਨ ਰਾਮਦਾਸ ਗੁਰ ਜਿਨੇ ਸਿਰਿਆ ਤਿਨੇ ਸਵਾਰਿਆ। ਅੱਜ ਉਹਨਾਂ ਨੂੰ ਬਿਠਾ ਕੇ ਉਸ ਤਖਤ ਤੇ ਗੁਰੂ ਅਮਰਦਾਸ ਮਹਾਰਾਜ ਨੇ ਆਪ ਜਿਹੜੀਆਂ ਪ੍ਰਕਰਮਾਂ ਕੀਤੀਆਂ ਹਨ, ਦੋਨੇ ਹੱਥ ਜੋੜ ਕੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਜ ਸੀਸ ਝੁਕਾ ਕੇ ਗੁਰੂ ਰਾਮਦਾਸ ਸਾਹਿਬ ਨੂੰ ਨਮਸਕਾਰ ਕੀਤੀ ਹੈ। ਉਸ ਵੇਲੇ ਗੁਰੂ ਅਮਰਦਾਸ ਮਹਾਰਾਜ ਨੇ ਹੁਕਮ ਕੀਤਾ, ਜਿੰਨੀ ਗੁਰੂ ਕੀ ਸੰਗਤ ਹੈ ਔਰ ਸਾਰੀ ਉੱਠ ਕੇ ਗੁਰੂ ਰਾਮਦਾਸ ਸਾਹਿਬ ਨੂੰ ਨਮਸਕਾਰ ਕਰੋ। ਅੱਜ ਸਤਿਗੁਰੂ ਦੀ ਜੋਤ ਇਹਨਾਂ ਦੇ ਵਿੱਚ ਪ੍ਰਵੇਸ਼ ਕਰ ਗਈ। ਨਾਲ ਆਪਣੇ ਪੁੱਤਰਾਂ ਨੂੰ, ਪਰਿਵਾਰ ਨੂੰ ਵੀ ਹੁਕਮ ਕੀਤਾ ਹੈ ਔਰ ਸੰਗਤ ਦੇ ਸਮੇਤ ਬਾਬਾ ਮੋਹਰੀ ਜੀ ਜਿਹੜੇ ਹਨ ਤੇ ਬਾਬਾ ਮੋਹਰੀ ਜੀ ਨੇ ਜਾ ਕਰਕੇ ਉੱਠ ਕੇ ਭਾਵੇਂ ਬਾਹਰੀ ਰਿਸ਼ਤੇਦਾਰੀ ਦੇ ਵਿੱਚੋਂ ਔਰ ਬਾਬਾ ਮੋਹਰੀ ਜੀ ਦੇ ਨਾਲੋਂ ਛੋਟੀ ਜਗ੍ਹਾ ਤੇ ਔਰ ਗੁਰੂ ਰਾਮਦਾਸ ਸਾਹਿਬ ਜੀ ਸੰਸਾਰੀ ਰਿਸ਼ਤੇਦਾਰੀ ਤੌਰ ਤੇ ਜੀਜਾ ਜੀ ਲੱਗਦੇ ਨੇ। ਪਰ ਅੱਜ ਸਤਿਗੁਰੂ ਦਾ ਹੁਕਮ, ਸਤਿਗੁਰੂ ਰੂਪ ਜਾਣ ਕੇ ਬਾਬਾ ਮੋਹਰੀ ਜੀ ਜਿਹੜੇ ਗੁਰੂ ਅਮਰਦਾਸ ਸਾਹਿਬ ਦੇ ਸਪੁੱਤਰ ਨੇ, ਉਹਨਾਂ ਜਾ ਕੇ ਮੱਥਾ ਟੇਕਿਆ ਹੈ। ਤੇ ਸਾਰੇ ਸਿੱਖਾਂ ਨੇ ਫਿਰ ਉੱਠ ਉੱਠ ਕੇ ਨਮਸਕਾਰਾਂ ਕੀਤੀਆਂ ਹਨ ਤੇ ਸਾਰਿਆਂ ਨੇ ਇਹ ਜਾਣਿਆ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਦੁੱਖਾਂ, ਦਰਦਾਂ, ਕਲੇਸ਼ਾਂ, ਪਾਪਾਂ ਦਾ ਨਿਕੰਦਨ ਨਾਸ਼ ਕਰਨ ਵਾਲੇ ਹਨ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਜਗਤ ਦੀ ਜਿਹੜੀ ਗੁਰੂ ਰੂਪ ਗੱਦੀ ਆ ਨਾ, ਗੁਰੂ ਗੱਦੀ ਦੇ ਉੱਪਰ ਬੈਠਣ ਵਾਲੇ ਦੇ ਅੰਦਰ ਜੋਤ ਪ੍ਰਕਾਸ਼ ਕਰਨੀ, ਅਗਿਆਨ ਨੂੰ ਕੱਟਣ ਵਾਲੀ, ਉਹ ਸਭ ਕੁਝ ਅੱਜ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਬਖਸ਼ਿਸ਼ ਕਰਕੇ ਹੁਣ ਜਗਤ ਦੇ ਮਾਲਕ ਗੁਰੂ ਰਾਮਦਾਸ ਨੂੰ ਗੁਰਤਾ ਗੱਦੀ ਦੇ ਕੇ ਗੁਰੂ ਅਮਰਦਾਸ ਮਹਾਰਾਜ ਜੀ ਹੁਣ ਆਪਣੀਆਂ ਪ੍ਰਲੋਕ ਗਮਨ ਦੀਆਂ ਤਿਆਰੀਆਂ ਕਰਨਾਉਣ ਲੱਗ ਪਏ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਨੇਤਰ ਪ੍ਰਫੁੱਲਤ ਨੇ, ਕਬਲ ਦੀ ਨੁਮਾ ਖੜੇ ਹਨ ਤੇ ਜਿਹੜਾ ਮੁਖੜਾ ਹੈ ਸਤਿਗੁਰਾਂ ਦਾ, ਉਹ ਚੰਦਰਮਾ ਦੀ ਨੁਮਾ ਸੋਭਾ ਪਾ ਰਿਹਾ ਹੈ, ਪ੍ਰਕਾਸ਼ਮਈ ਪ੍ਰਕਾਸ਼ ਰਿਹਾ ਹੈ।
ਜਿਹੜੇ ਦਾਸ ਆ ਕੇ ਤੱਕ ਦੇ ਦਰਸ਼ਨ ਕਰਦੇ ਉਹਨਾਂ ਨੂੰ ਖੁਸ਼ੀਆਂ ਦੇ ਖੇੜੇ ਗੁਰੂ ਅਮਰਦਾਸ ਸਾਹਿਬ ਜੀ ਵੰਡ ਰਹੇ ਨੇ। ਸਦਾ ਗਿਰਾ ਤੁੰਦ ਨਿਕੰਦਾ ਤੇ ਸਤਿਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਜਿਹੜੇ ਅੰਮ੍ਰਿਤਮਈ ਨੇ, ਅੰਮ੍ਰਿਤ ਵਰਗੇ ਨੇ, ਤੇ ਜਿਹੜੇ ਅੰਦਰ ਦੀ ਦੁਚਿੱਤੇਪਨ ਦੁੱਖਾਂ ਦਰਦਾਂ ਨੂੰ ਨਾਸ਼ ਕਰਦੇ ਹਨ। ਪ੍ਰਗਟ ਵਿਚਾਰ ਪ੍ਰਸੰਗਾ ਜਿੱਧਰ ਕਿੱਧਰ ਆਲੇ ਉਦਾਲੇ ਇਹ ਪ੍ਰਸੰਗ, ਇਹ ਗੱਲ ਪ੍ਰਗਟ ਹੋ ਗਈ ਕਿ ਗੁਰੂ ਅਮਰਦਾਸ ਮਹਾਰਾਜ ਜੀ ਜੋਤੀ ਜੋਤ ਸਮਾਉਣ ਲੱਗੇ ਹਨ। ਧਨ ਕੋ ਤਜੈ ਸੁਤੰਦ ਉਮੰਗਾ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਤਨ ਆਪਣੇ ਨੂੰ ਜਿਹੜਾ ਹੈ ਉਤਸ਼ਾਹ ਦੇ ਨਾਲ ਪ੍ਰੇਮ ਸਹਿਤ ਤਿਆਗ ਦੇਣ ਲੱਗੇ। ਸੁਨ ਸੁਨ ਨਿਕਟ ਗ੍ਰਾਮ ਨਰ ਜੀ ਔਰ ਜਿੰਨੇ ਸੁਣ ਨਿਕਟ ਗ੍ਰਾਮ ਨਰ ਜਈ, ਜਿੰਨੇ ਮਨੁੱਖ ਇਸਤਰੀਆਂ ਨੇ ਲਾਗੇ ਲਾਗੇ ਪਿੰਡਾਂ ਦੇ, ਜਿਵੇਂ ਜਿਵੇਂ ਉਹਨਾਂ ਕੋਲੇ ਖਬਰ ਪਹੁੰਚਦੀ ਹੈ, ਏਕ ਦਰਸ ਵੀ ਪਹੁੰਚੇ ਤੇ ਸਾਰੇ ਦੇ ਸਾਰੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਅਖੀਰਲਾ ਜਸਮਾਨੀ ਤੌਰ ਤੇ, ਸਰਗੁਣਤਾ ਤੌਰ ਤੇ ਦਰਸ਼ਨ ਕਰਨ ਆ ਰਹੇ ਹਨ। ਵਾਹਨ ਪਰ ਆਰੂਗ ਕਹਿ ਆਏ ਤੇ ਸਾਰੇ ਦੇ ਸਾਰੇ ਆਪਣੇ ਆਪਣੇ ਵਾਹਨਾਂ ਦੇ ਉੱਪਰ, ਅਸਵਾਰੀਆਂ ਦੇ ਉੱਪਰ ਅਸਵਾਰ ਹੋ ਕੇ ਦੂਰ ਵਾਲੇ ਆਉਂਦੇ ਨੇ। ਉਹ ਪਾਇਨ ਦੇ ਟੂਰਨ ਭਾਏ ਤੇ ਕੋਈ ਜਿਹੜੇ ਆਉਂਦੇ ਭੱਜੇ ਆਉਂਦੇ ਨੇ ਘਰਾਂ ਚੋਂ ਜਲਦੀ ਨਾਲ, ਕੁਝ ਭੇਟਾਵਾਂ ਸਾਹਿਬ ਦੇ ਅਰਪਿਤ ਕਰਨ ਲਈ ਲੈ ਕੇ ਆ ਰਹੇ ਨੇ। ਦੁਰਲਭ ਦਰਸ਼ਨ ਬਟਫਲ ਦਾਤਾ ਇਸ ਤਰ੍ਹਾਂ ਸਤਿਗੁਰੂ ਅਮਰਦਾਸ ਮਹਾਰਾਜ ਜੀ ਦਾ ਦੁਰਲੱਭ ਦਰਸ਼ਨ ਜਾਣਦੇ ਹਨ। ਸੁਨ ਅਸ ਕੋ ਨਾ ਆਈ ਤੁਮਹਾਤਾ ਕਹਿੰਦੇ ਬਈ ਐਸਾ ਕੋਈ ਵੀ ਜਿਹੜਾ ਆ ਮਹਾਤਮ ਨਹੀਂ, ਸੁਣ ਅਸ ਕੋ ਨਾ ਆਏ ਮੁਹਾਤਾ। ਕਹਿੰਦੇ ਸੁਣ ਕੇ ਐਸੇ ਸਮੇਂ ਨੂੰ, ਐਸੇ ਦਰਸ਼ਨ ਨੂੰ ਕਿਹੜਾ ਉਮਾਹਾ ਉਤਸ਼ਾਹ ਨਾਲ ਨਹੀਂ ਆ ਰਿਹਾ, ਹਰ ਕੋਈ ਆਉਂਦਾ ਹੈ। ਜੋ ਦਿਸ ਮਗ ਆਵੈ ਸਮਧਾਈ ਚਾਰੇ ਦਿਸ਼ਾਵਾਂ ਤੋਂ ਸੰਗਤ ਉਮੜੀ ਆਉਂਦੀ, ਦੌੜੀ ਆਉਂਦੀ ਹੈ। ਪਰ ਵਿਸੇ ਗੁਰ ਦਰਸ਼ਨ ਪਾਏ ਤੇ ਆ ਕੇ ਗੋਇੰਦਵਾਲ ਵਿੱਚ ਪ੍ਰਵੇਸ਼ ਕਰਦੇ, ਗੁਰੂ ਅਮਰਦਾਸ ਮਹਾਰਾਜ ਦਾ ਦੀਦਾਰ ਕਰਦੇ। ਸ੍ਰੀ ਅੰਗਦ ਕੋ ਨੰਦਨ ਦਾਤੂ ਇਧਰ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸੁਪੁੱਤਰ ਬਾਬਾ ਦਾਤੂ ਜੀ, ਪੂਰਬ ਆਏ ਪਹਾੜੀ ਲਾਤੂ ਜਿਨ੍ਹਾਂ ਨੇ ਪਹਿਲਾਂ ਗੁਰੂ ਅਮਰਦਾਸ ਸਾਹਿਬ ਜੀ ਦੇ ਤਖਤ ਤੇ ਬੈਠਣ ਸਮੇਂ ਲੱਤ ਮਾਰੀ ਸੀਗੀ, ਤਬ ਕੋ ਸੰਕਟ ਚਰਨ ਮਝਾਰਾ ਤੇ ਹੁਣ ਉਹ ਜਿਹੜੀ ਲੱਤ ਬਾਬੇ ਦਾਤੂ ਨੇ ਮਾਰੀ ਸੀ ਨਾ, ਉਦੋਂ ਤੋਂ ਲੈ ਕੇ ਉਹਦੀ ਲੱਤ ਵਿੱਚ ਬਾਬੇ ਦਾਤੂ ਦੇ ਉਦੋਂ ਤੋਂ ਲੈ ਕੇ ਦਰਦ ਬਹੁਤ ਹੁੰਦਾ ਸੀ। ਉਸ ਅਸਤ ਮੈਂ ਪੀਰ ਉਧਾਰਾ ਤੇ ਉਹ ਦਰਦ ਜਿਹੜੀ ਆ ਹੱਡੀਆਂ ਦੇ ਵਿੱਚ ਹੁੰਦੀ ਸੀ, ਉਧਰਲੀ ਲੱਤ ਜਿਹੜੀ ਬਹੁਤ ਜ਼ਿਆਦਾ ਦਰਦ ਕਰਦੀ ਸੀ। ਲਜਤ ਨਿਕਟ ਨਹੀਂ ਚਲ ਆਏ ਤੇ ਸ਼ਰਮਸਾਰ ਹੋਇਆ ਬਾਬਾ ਦਾਤੂ ਉਦੋਂ ਬਾਅਦ ਗੁਰੂ ਅਮਰਦਾਸ ਸਾਹਿਬ ਦੇ ਕੋਲ ਨਹੀਂ ਸੀ ਆਇਆ। ਕਰਕੇ ਨੈ ਬਖਸ਼ਾਵ ਆ ਕਰਕੇ ਗੁਰੂ ਅਮਰਦਾਸ ਮਹਾਰਾਜ ਤੋਂ ਗੁਸਤਾਖੀ ਆਪਣੀ ਦੀ ਮੁਆਫੀ ਮੰਗ ਕੇ ਔਰ ਬਖਸ਼ਿਸ਼ ਨਹੀਂ ਸੀ ਕਰਵਾਈ। ਸੋ ਸੁਨ ਕੇ ਸ੍ਰੀ ਅਮਰ ਭਿਆਨਾ ਹੁਣ ਉਸ ਬਾਬੇ ਦਾਤੂ ਜੀ ਨੂੰ ਖਡੂਰ ਸਾਹਿਬ ਦੀ ਧਰਤੀ ਤੇ ਪਤਾ ਲੱਗਾ ਗੁਰੂ ਅਮਰਦਾਸ ਮਹਾਰਾਜ ਹੁਣ ਜੋਤੀ ਜੋਤ ਸਮਾਉਣ ਲੱਗੇ ਹਨ। ਵਿਜੈ ਵਿਕੇ ਚਿਤ ਬਨਾ ਥਾਨਾ ਉਹਨਾਂ ਨੇ ਬਾਬਾ ਦਾਤੂ ਜੀ ਨੇ ਆਪਣੇ ਹਿਰਦੇ ਵਿੱਚ ਵਿਚਾਰ ਕੀਤੀ, ਨਿਸ ਬਾਸਰ ਦੁਖ ਲੋਕ ਨੀਰਾ ਮੈਂ ਰਾਤ ਬਾ ਦਿਨੇ ਬਹੁਤਾ ਦੁੱਖ ਆਪਣੀ ਲੱਤ ਦਾ ਸਹਾਰ ਰਿਹਾ ਤੇ ਦੁਖੀ ਹੁੰਨਾ ਹਾਂ। ਬਖਸ਼ਾਵੋ ਤਿਨ ਇਸ ਵੀਰਾ ਤੇ ਹੁਣ ਅਖੀਰਲਾ ਸਮਾਂ ਮੈਂ ਗੁਰੂ ਅਮਰਦਾਸ ਸਾਹਿਬ ਤੋਂ ਜਾ ਕੇ ਬਖਸ਼ਾ ਲਵਾਂ, ਮੁਆਫ ਕਰਾ ਲਵਾਂ। ਆਪਨ ਕਮਿਤ ਦੀ ਮੈਂ ਨਹਿ ਜਾਉ ਤੇ ਮੈਂ ਆਪਣੀ ਕੁਮੱਤ ਭੈੜੀ ਮੱਤ ਕਰਕੇ ਗੁਰੂ ਅਮਰਦਾਸ ਸਾਹਿਬ ਦੇ ਕੋਲ ਨਹੀਂ ਸਾਂ ਗਿਆ। ਸੂਤੈ ਮਾ ਕਿਰਪਾਲ ਸੁਭਾਉ ਗੁਰੂ ਅਮਰਦਾਸ ਮਹਾਰਾਜ ਬੜੇ ਕਿਰਪਾਲੂ ਦਿਆਲੂ ਨੇ, ਉਹਨਾਂ ਦਾ ਸੁਭਾਅ ਐਸਾ ਹੈ। ਦੇਖ ਦਇਆ ਕਰਿਆ ਤੁਕ ਹਰੀ ਧੰਨ ਗੁਰੂ ਅਮਰਦਾਸ ਮਹਾਰਾਜ ਮਿਹਰ ਭਰੀ ਨਦਰ ਨਾਲ ਦੇਖਦੇ ਨੇ ਤੇ ਦਇਆ ਤਰਸ ਕਰਕੇ ਦੁੱਖਾਂ ਨੂੰ ਨਾਸ਼ ਕਰ ਦਿੰਦੇ ਨੇ। ਜਿਵ ਜਨ ਤਨ ਦੇ ਮੋਹ ਕਰਹੀ ਇਸ ਤਰ੍ਹਾਂ ਕੋਈ ਵੀ ਆ ਕਰਕੇ ਜਿਹੜਾ ਆ ਨਾ ਔਰ ਜਾਚਨਾ ਕਰੇ ਸਤਿਗੁਰੂ ਤੋਂ, ਸਤਿਗੁਰੂ ਮਹਾਰਾਜ ਉਹਨੂੰ ਸੁਖ ਦਿੰਦੇ ਨੇ। ਬਿਨ ਬਖਸ਼ਾਵਨ ਕਟ ਕਨੀਰਾ ਤੇ ਬਿਨਾਂ ਸਤਿਗੁਰੂ ਦੇ ਮੁਆਫ ਕੀਤੇ ਤੋਂ ਇਹ ਬਹੁਤਾ ਕਸ਼ਟ ਦੁੱਖ ਝੱਲਣਾ ਪਵੇਗਾ। ਹਰ ਵਿਖ ਜਾਵੈ ਪਰਲੋਕ ਸੁਮੀਰਾ ਫੇਰ ਇਹ ਮੇਰਾ ਲੋਕ ਤਾਂ ਵਿਗੜਿਆ ਹੀ ਹੈ ਤੇ ਮੇਰਾ ਪਰਲੋਕ ਵੀ ਬਾਬਾ ਦਾਤੂ ਜੀ ਕਹਿੰਦੇ ਵਿਗੜ ਜਾਵੇਗਾ। ਆਦ ਸਮਾ ਫਿਰ ਹਾਥ ਨ ਆਵੈ ਇਹੋ ਜਿਹਾ ਸਮਾਂ ਗੁਰੂ ਅਮਰਦਾਸ ਸਾਹਿਬ ਜੀ ਦੀ ਹਾਜ਼ਰੀ ਦਾ ਕਦੇ ਵੀ ਨਹੀਂ ਪ੍ਰਾਪਤ ਹੋਵੇਗਾ। ਤਿਨ ਕੇ ਚਿਤਤ ਮਿਲਨ ਬਨ ਆਵੈ
ਧੰਨ ਗੁਰੂ ਅਮਰਦਾਸ ਮਹਾਰਾਜ ਦੇ ਜਿਉਂਦੇ ਜੀ ਉਹਨਾਂ ਕੋਲ ਜਾ ਕੇ ਆਪਣੀ ਗਲਤੀ ਦੀ ਮੁਆਫੀ ਮੰਗ ਲੈਣੀ ਭਲੀ ਗੱਲ ਹੈ। ਏਮ ਵਿਚਾਰ ਕਰੇ ਤੋਰਨ ਚੱਲਾ। ਇਸ ਤਰ੍ਹਾਂ ਵਿਚਾਰ ਕਰਕੇ ਬਾਬਾ ਦਾਤੂ ਜੀ ਖਡੂਰ ਸਾਹਿਬ ਤੋਂ ਚੱਲ ਪਏ ਹਨ। ਪੰਚਪੁਰ ਮੈਂ ਪ੍ਰੇਮ ਵਿਸ਼ਾਲਾ। ਬਹੁਤ ਅੱਜ ਪ੍ਰੇਮ ਲੈ ਕੇ ਈਰਖਾ ਨੂੰ ਮਿਟਾ ਕੇ ਬਾਬਾ ਦਾਤੂ ਜੀ ਗੋਇੰਦਵਾਲ ਪਹੁੰਚੇ ਔਥ ਜਾਈ ਚਰਨ ਸਿਰ ਧਰਿਓ। ਔਰ ਅਚਨਚੇਤ ਜਾ ਕੇ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਤੇ ਅੱਜ ਮਸਤਕ ਟੇਕਿਆ। ਗੁਰੂ ਅਮਰਦਾਸ ਸਾਹਿਬ ਦੇ ਬਾਬੇ ਦਾਤੂ ਨੇ ਵੀ ਮੱਥਾ ਨਹੀਂ ਸੀ ਟੇਕਿਆ ਔਰ ਅੱਜ ਆ ਕੇ ਚਰਨਾਂ ਤੇ ਮੱਥਾ ਧਰ ਦਿੱਤਾ ਤਰਾਹੇ ਤਰਾਹੇ ਹੋਏ ਨੀਰ ਉਚਾਰਿਓ। ਤੇ ਮਰੇ ਪ੍ਰੇਮ ਨਾਲ ਅੰਦਰੋਂ ਕਹਿੰਦਾ ਤਰਾਹੇ ਤਰਾਹੇ ਮਹਾਰਾਜ ਬਖਸ਼ ਲੋ ਖਿਮਾ ਕਰੋ ਮੈਨੂੰ ਗਰੀਬ ਜਾਣੋ। ਸ੍ਰੀ ਸਤਿਗੁਰੂ ਜਗੋ ਦੇਖਨ ਕਰਿਓ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਉਹਦੇ ਵੱਲੇ ਬਾਬੇ ਦਾਤੂ ਵੱਲੇ ਦੇਖਣਾ ਕੀਤਾ ਹੈ, ਭਇਓ ਦੀਨ ਗੁਰ ਪ੍ਰੇਮ ਸੁਪਰਿਓ। ਮਹਾਰਾਜ ਸੱਚੇ ਪਾਤਸ਼ਾਹ ਨੇ ਜਾਣਿਆ ਵੀ ਬੜਾ ਦੀਨ ਹੋ ਗਿਆ, ਅੰਦਰੋਂ ਬਾਲ ਵਿੰਗ ਛੱਡ ਕੇ ਐਨ ਪ੍ਰੇਮ ਤੁਰ ਸਿੱਧਾ ਹੋ ਗਿਆ। ਸਨਮਾਨਿਤ ਕਰ ਸਮੁਖ ਬਿਠਾਇਓ। ਧੰਨ ਗੁਰੂ ਅਮਰਦਾਸ ਮਹਾਰਾਜ ਦਿਆਲੂ ਕਿਰਪਾਲੂ ਸਤਿਗੁਰੂ ਨੇ ਉਹਨਾਂ ਨੇ ਗੁਰੂ ਅੰਗਦ ਦੇ ਮਹਾਰਾਜ ਦਾ ਪੁੱਤਰ ਜਾਣ ਕੇ ਬੜੇ ਅਦਬ ਸਤਿਕਾਰ ਦੇ ਨਾਲ ਆਪਣੇ ਸਾਹਮਣੇ ਬਿਠਾ ਲਿਆ। ਨਮਸਕਾਰ ਕਰ ਮ੍ਰਿਤਕ ਲਾਇਓ। ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਮੱਥਾ ਟੇਕਿਆ ਤੇ ਮਹਾਰਾਜ ਨੇ ਵੱਡੇ ਸਤਿਗੁਰਾਂ ਦੀ ਅੰਸ਼ ਜਾਣ ਕੇ ਉਹਦਾ ਸਤਿਕਾਰ ਕੀਤਾ, ਉਹਨੂੰ ਵੀ ਨਮਸਕਾਰ ਕੀਤੀ ਹੈ। ਮੋਹ ਪਰ ਕਿਰਪਾ ਕਰੀ ਤੁਮ ਆਏ। ਤੇ ਸਤਿਗੁਰੂ ਅਮਰਦਾਸ ਮਹਾਰਾਜ ਧੰਨ ਸਤਿਗੁਰੂ ਅਮਰਦਾਸ ਮਹਾਰਾਜ ਤੇ ਧੰਨ ਇਹ ਨਿਮਰਤਾ ਬਾਬੇ ਦਾਤੂ ਨੂੰ ਕਹਿੰਦੇ ਤੁਸੀਂ ਮੇਰੇ ਤੇ ਬੜੀ ਕਿਰਪਾ ਕੀਤੀ ਔਰ ਮੇਰਾ ਖੀਰਲਾ ਸਮਾਂ ਜਾਣ ਕੇ ਆਪ ਜੀ ਦਰਸ਼ਨ ਦੇਣ ਆਏ ਹੋ ਤੇ ਮੈਂ ਧੰਨ ਹੋ ਗਿਆ ਆ। ਗੁਰੂ ਅਮਰਦਾਸ ਮਹਾਰਾਜ ਬਾਬੇ ਦਾਤੂ ਨੂੰ ਕਹਿੰਦੇ ਵਡਿਆਈ ਗੁਰੂ ਘਰ ਤੋਂ ਬਗੈਰ ਤੇ ਗੁਰੂ ਤੋਂ ਬਗੈਰ ਕਿਤੇ ਨਿਮਰਤਾ ਨਹੀਂ ਜੇ ਲੱਭਦੀ। ਕਿਸੇ ਕੋਲ ਮੜਾ ਜਿਹਾ ਰੁਤਬਾ ਆ ਜਾਵੇ ਨਾ, ਕੋਈ ਉਂ ਹੀ ਕਿਸੇ ਨੂੰ ਚੌਧਰ ਦੇ ਦੇਵੇ ਤੇ ਉਹ ਡੁੱਡ ਕੇ ਪੈਂਦਾ, ਪਰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਕਹਿ ਲੱਗੇ ਮੇਰੇ ਧੰਨ ਭਾਗੇ ਤੁਹਾਡਾ ਦਰਸ਼ਨ ਹੋ ਗਿਆ। ਤੇ ਹੱਥ ਬੰਨ ਕੇ ਕਹਿੰਦੇ ਬਾਬੇ ਦਾਤੂ ਜੀ ਨੂੰ ਦੱਸੋ ਮਹਾਰਾਜ ਮੈਂ ਤੁਹਾਡਾ ਕਿਹੜਾ ਕਾਰਜ ਕਰਾਂ ਤੇ ਜਿਹਦੇ ਕਾਰਨ ਮੇਰਾ ਇਹ ਜਨਮ ਜਿਹੜਾ ਸਫਲਾ ਹੋ ਜਾਵੇ। ਉਸ ਵੇਲੇ ਹੱਥ ਜੋੜ ਕੇ ਅੱਗੋਂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬਾਬਾ ਦਾਤੂ ਜੀ ਕਹਿੰਦੇ ਕਹਿਣ ਲੱਗੇ ਮਹਾਰਾਜ ਜੀ ਨੂੰ ਕਹਿੰਦੇ ਮਹਾਰਾਜ ਜਿਸ ਤਰ੍ਹਾਂ ਦੀ ਮੇਰੀ ਇੱਛਾ ਹੈ ਉਹ ਕਿਰਪਾ ਕਰੋ। ਇਹ ਗੁਰੂ ਅਮਰਦਾਸ ਮਹਾਰਾਜ ਮੈਂ ਤੁਹਾਡਾ ਗੁਨਾਹਗਾਰ ਹਾਂ, ਮੈਂ ਅਪਰਾਧੀ ਹਾਂ ਤੁਹਾਡਾ। ਮਹਾਰਾਜ ਮੈਂ ਬੜਾ ਢੀਠ ਕਿਸਮ ਦਾ ਹਾਂ ਤੇ ਬੜੀ ਢੀਠਤਾ ਦੇ ਨਾਲ ਮੈਂ ਤੁਹਾਡੇ ਲੱਤ ਮਾਰ ਦਿੱਤੀ ਸੀ ਪਹਿਲਾਂ। ਮਹਾਰਾਜ ਮੈਂ ਈਰਖਾ ਦੇ ਵਿੱਚ ਆ ਕੇ ਤੁਹਾਡੇ ਲੱਤ ਮਾਰ ਦਿੱਤੀ ਸੀ। ਤੇ ਦੂਜੀ ਗੱਲ ਮਹਾਰਾਜ ਮੈਂ ਸਤ ਸੰਗਤ ਚ ਨਾ ਰਿਹਾ, ਕੁਸੰਗੀਆਂ ਦੇ ਵਿੱਚ ਰਿਹਾ ਤੇ ਕੁਸੰਗੀਆਂ ਵਾਲੀ ਮੇਰੀ ਮੱਤ ਹੋ ਗਈ ਸੀ। ਮਹਾਰਾਜ ਕੁਸੰਗੀਆਂ ਦਾ ਸਾਥ ਕਰਕੇ ਮੇਰੀ ਮੱਤ ਬਾਵਲੀ ਝੱਲੀ ਹੋ ਗਈ ਸੀ। ਮਹਾਰਾਜ ਉਹ ਅੱਜ ਮੈਂ ਬਖਸ਼ਾਉਣੀ ਚਾਹੁੰਦਾ ਹਾਂ, ਤੁਹਾਡੇ ਤੋਂ ਗਲਤੀ ਆਪਣੀ ਮੁਆਫ ਕਰਾਉਣੀ ਚਾਹੁੰਦਾ ਹਾਂ। ਮਹਾਰਾਜ ਮੈਂ ਸ਼ਰਮਸਾਰ ਹੋਇਆ ਤੁਹਾਡੇ ਕੋਲ ਚੱਲ ਕੇ ਨਹੀਂ ਆਇਆ ਸਾਂ। ਮਹਾਰਾਜ ਜਿਹੜੀ ਮੈਂ ਅਵੱਗਿਆ ਕੀਤੀ ਗੁਨਾਹ ਕੀਤਾ ਉਹਦਾ ਫਲ ਮੈਨੂੰ ਦੁੱਖ ਅੱਜ ਤੱਕ ਮਿਲ ਰਿਹਾ ਹੈ। ਆਪ ਕਿਰਪਾ ਦੇ ਖਜ਼ਾਨੇ ਹੋ, ਮੇਰੇ ਤੇ ਕਿਰਪਾ ਕਰੋ, ਮੈਨੂੰ ਮੁਆਫ ਕਰ ਦਿਓ ਦਾਤਾ ਜੀ। ਇਸ ਤਰ੍ਹਾਂ ਮਹਾਰਾਜ ਆਪ ਹਿਰਦੇ 'ਚ ਗੰਭੀਰ ਤੇ ਧੀਰਜ ਧਾਰੀਓ ਔਰ ਹਿਤ ਸਾਰੋ ਪ੍ਰੇਮ ਦੇ ਸਹਿਤ ਕਿਰਪਾ ਕਰੋ। ਧੰਨ ਗੁਰੂ ਅਮਰਦਾਸ ਮਹਾਰਾਜ ਦੀਨ ਦੁਨੀ ਦੇ ਮਾਲਕ ਇਹ ਬਚਨ ਬਾਬੇ ਦਾਤੂ ਦੇ ਸੁਣ ਕੇ ਕਹਿਣ ਲੱਗੇ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨਹੀਂ ਬਾਬਾ ਦਾਤੂ ਜੀ, ਤੁਸੀਂ ਤਾਂ ਗੁਰੂ ਅੰਗਦ ਦੇ ਮਹਾਰਾਜ ਦੇ ਪੁੱਤਰ ਹੋ, ਜਿਹੜੇ ਡੋਲਣ ਤੋਂ ਰਹਿਤ ਹੋ, ਤੁਸੀਂ ਕਦੇ ਡੁਲਾਏ ਮਨ ਨਹੀਂ ਹੁੰਦੇ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨਹੀਂ, ਤੁਸੀਂ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਪੁੱਤਰ ਹੋ ਤੇ ਮੈਂ ਤਾਂ ਤੁਹਾਡੇ ਘਰ ਦਾ ਦਾਸ ਸੇਵਕ ਹਾਂ। ਤੇ ਹੁਣ ਤਾਂ ਬਾਬਾ ਦਾਤੂ ਜੀ ਸਾਡਾ ਪਰਲੋਕ ਗਮਨ ਕਰਨ ਦੀਆਂ ਤਿਆਰੀਆਂ ਕਰ ਰਹੇ ਹਾਂ।
ਤੇ ਦੇਖੋ ਜਿਹੜੀ ਗੁਰੂ ਨੂੰ ਮੱਥਾ ਟੇਕਣ ਦੀ ਗੱਲ ਆ ਨਾ, ਹੁਣ ਗੁਰੂ ਜੋਤ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਬਣ ਗਏ ਹਨ। ਨਿਜ ਪਦ ਮੈਂ ਤਿਨ ਕੋ ਸੁਧਿਓ। ਤੇ ਅਸੀਂ ਗੁਰਤਾ ਵਾਲਾ ਪਦ, ਮੁਰਾਤਬਾ, ਰੁਤਬਾ, ਤਖਤ ਜਿਹੜਾ ਹੈ ਨਾ, ਉਹ ਗੁਰੂ ਰਾਮਦਾਸ ਸਾਹਿਬ ਜੀ ਨੂੰ ਦੇ ਦਿੱਤਾ ਹੈ। ਕਿਰਪਾ ਦ੍ਰਿਸ਼ਟ ਤੇ ਦੇਖਨ ਕਰਿਓ। ਔਰ ਉਹਨਾਂ ਦੇ ਉੱਪਰ ਕਿਰਪਾ ਦ੍ਰਿਸ਼ਟ ਤੇ ਦੇਖਣ ਕਰੀਆ ਹੈ, ਉਹਨਾਂ ਨੂੰ ਮਿਹਰ ਭਰੀ ਨਜ਼ਰ ਨਾਲ ਉਹਨਾਂ ਦਾ ਦੀਦਾਰ ਕਰੋ। ਤੁਮ ਹੋ ਬੜ ਬਿਗਨ ਕਨ ਹਰੀਐ। ਤੇ ਉਹਨਾਂ ਦੀ ਮਿਹਰ ਭਰੀ ਨਜ਼ਰ ਪੈ ਗਈ ਗੁਰੂ ਰਾਮਦਾਸ ਸਾਹਿਬ ਜੀ ਦੀ, ਤੇ ਤੁਹਾਡੇ ਦੁੱਖ ਦਰਦ ਦੂਰ ਹੋਵਣਗੇ। ਇਨਕੋ ਸਤਿਗੁਰਤਾ ਜਿਵ ਪਾਵੈ। ਤੇ ਨਾਲ ਕਿਹਾ ਬਈ ਇਹਨਾਂ ਦਾ ਦਰਸ਼ਨ ਕਰੋ ਗੁਰੂ ਰਾਮਦਾਸ ਸਾਹਿਬ ਦਾ। ਤੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਆ ਜਿਹੜਾ ਤੁਹਾਡਾ ਲੱਤ ਵਾਲਾ ਦੁੱਖ ਆ ਨਾ, ਇਹ ਹੁਣ ਨਹੀਂ, ਇਹ ਇਹਨਾਂ ਦਾ ਅੱਗੇ ਪੁੱਤਰ ਜਦੋਂ ਗੁਰੂ ਹੋਵੇਗਾ, ਗੁਰੂ ਰਾਮਦਾਸ ਸਾਹਿਬ ਜੀ ਦਾ ਪੁੱਤਰ ਅੱਗੇ ਜਦੋਂ ਗੁਰਤਾ ਗੱਦੀ ਦੇ ਮਾਲਕ ਹੋਣਗੇ, ਸਭਾ ਪਾਏ ਸੋ ਤੁਮ ਤਿਗ ਆਵੈ। ਤੇ ਜਦੋਂ ਉਹ ਗੁਰਤਾ ਗੱਦੀ ਨੂੰ ਪ੍ਰਾਪਤ ਕਰਕੇ ਉਹ ਚੱਲਦੇ ਹੋਏ ਤੁਹਾਡੇ ਕੋਲ ਔਰ ਆਉਣਾ ਕਰਨਗੇ। ਸੂਜਬ ਕਰੈ ਸਪਰਸ਼ਨ ਹਾਥ। ਤੇ ਉਸ ਵੇਲੇ ਸੋ ਜਬ ਕਰਹਿ ਸਪਰਸ਼ਨ ਹਾਥ, ਜਦੋਂ ਤੁਸੀਂ ਆਪਣੇ ਹੱਥਾਂ ਨਾਲ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਨੂੰ ਛੂਹੋਗੇ, ਹਰੈ ਸਰਬ ਸੰਕਟ ਤੇ ਸਾਥ। ਉਸ ਵੇਲੇ ਸਾਰੇ ਦੁੱਖ ਤੁਹਾਡੇ ਨਾਸ਼ ਹੋ ਜਾਣਗੇ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਨੂੰ ਛੂਹੋਗੇ, ਦਾਸੂ ਆਏ ਮਿਲੇ ਸੁਖ ਪਾਏ। ਉਸ ਵੇਲੇ ਬਾਬਾ ਦਾਸੂ ਜੀ ਵੀ ਆਏ ਨੇ ਤੇ ਉਹਨਾਂ ਨੇ ਵੀ ਆ ਕੇ ਸਕੂਨ ਪ੍ਰਾਪਤ ਕੀਤਾ। ਅਪਰ ਲੋਕ ਦਰਤੈ ਸਮਧਾਏ। ਹੋਰ ਵੀ ਸਿੱਖ ਸੰਗਤਾਂ ਸਮੁਦਾਇ ਬਹੁਤੀਆਂ ਜਾਦੀਆਂ ਜਿਹੜੀਆਂ ਦਰਸ਼ਨ ਕਰਦੀਆਂ ਨੇ, ਕਰ ਜੋਰੇ ਸਭ ਸੀਸ ਨਿਵਾਵੈ। ਤੇ ਹੱਥ ਜੋੜਦੇ ਆ ਕੇ ਸੀਸ ਨਵਾਉਂਦੇ ਝੁਕਾਉਂਦੇ ਹਨ। ਧੰਨ ਧੰਨ ਗੁਰ ਸ਼ਬਦ ਸੁਣਾਵੈ। ਸਾਰੇ ਮੁਖ ਤੋਂ ਆਣ ਕੇ ਆਂਦੇ ਆ ਧੰਨ ਗੁਰੂ ਅਮਰਦਾਸ, ਧੰਨ ਗੁਰੂ ਅਮਰਦਾਸ ਸਾਹਿਬ ਦੀ ਧੁਨੀ ਜਿਹੜੀ ਹੈ ਉਚਾਰਦੇ ਨੇ। ਸਭ ਸੰਗਤ ਕੋ ਪੁਨਿ ਉਚਾਰਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਰੀ ਸੰਗਤ ਨੂੰ ਕਿਹਾ ਰਾਮਦਾਸ ਮੈਂ ਰੂਪ ਸੁਧਾਰਾ। ਔਰ ਸਾਰਿਆਂ ਨੂੰ ਸੁਣਾ ਕੇ ਕਿਹਾ ਭਾਈ ਗੁਰੂ ਰਾਮਦਾਸ ਸਾਹਿਬ ਜੀ ਸਾਡਾ ਨਿਜ ਸਰੂਪ ਹਨ, ਨਾਮ ਸਭ ਇਸ ਕੋ ਪੂਜਨ ਕਰਨਾ। ਤੇ ਸਾਡੇ ਤੋਂ ਬਾਅਦ ਇਹਨਾਂ ਦਾ ਪੂਜਨ ਕਰਨਾ, ਇਹਨਾਂ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਨੀਆਂ ਤੇ ਹੁਕਮ ਇਹਨਾਂ ਦਾ ਮੰਨਣਾ। ਹੋ ਅਭੀਨ ਸੋ ਇੱਕ ਵਰਨਾ। ਦੁਬਾਰਾ ਪੜੋ। ਸੋ ਅਭੀਨ ਤਿਨ ਸੋ ਇੱਕ ਵਰਨਾ। ਔਰ ਇਹਨਾਂ ਦਾ ਅਭੇਦ, ਇਹਨਾਂ ਦੇ ਵਿੱਚ ਅਭੇਦ ਹੋ ਜਾਣਾ ਤੇ ਇਹਨਾਂ ਦੇ ਬਚਨਾਂ ਦੇ ਨਾਲ ਜਿਹੜਾ ਜੁੜ ਜਾਣਾ ਕਰਨਾ। ਆਪਣੀ ਅਬਦ ਦੀਨ ਬਖਠਾਏ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਕੁਝ ਉਮਰ ਦਾ ਹਿੱਸਾ ਔਰ ਗੁਰੂ ਰਾਮਦਾਸ ਸਾਹਿਬ ਜੀ ਨੂੰ ਦੇ ਦੇਣਾ ਕੀਤਾ ਸੀ। ਸਰਦਾ ਤਰੈ ਸੋ ਸਭ ਫਲ ਪਾਏ। ਤੇ ਜਿਹੜੇ ਆ ਕੇ ਸ਼ਰਧਾ ਧਰਨਗੇ, ਅਸੀਂ ਆਪਣੀ ਜਗ੍ਹਾ ਤੇ ਇਹਨਾਂ ਨੂੰ ਬਿਠਾ ਦਿੱਤਾ ਹੈ, ਉਹ ਫਲ ਪ੍ਰਾਪਤ ਕਰਨਗੇ। ਮੈਂ ਹੋਵਾ ਅਬ ਅੰਤਰ ਪਿਆ ਧਿਆਨ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਮੈਂ ਅੰਤਰ ਧਿਆਨ ਹੁਣ ਹੋ ਜਾਣਾ ਆ, ਭਾਵ ਜੋਤੀ ਜੋ ਸਮਾ ਜਾਣਾ ਹੈ। ਸੁਣ ਸੰਗਤ ਗੁਰ ਕੀ ਬਚਕਨ। ਇਸ ਤਰ੍ਹਾਂ ਸਾਰੀ ਸੰਗਤ ਗੁਰੂ ਸਾਹਿਬ ਦੇ ਬਚਨਾਂ ਨੂੰ ਕੰਨਾਂ ਨਾਲ ਸੁਣ ਰਹੀ ਹੈ। ਗੁਰੂ ਅਮਰਦਾਸ ਸਾਹਿਬ ਦੇ ਜੈ ਜੈਕਾਰ ਉਚਾਰ ਕੀਨਾ। ਇਸ ਤਰ੍ਹਾਂ ਜੈ ਜੈਕਾਰ ਜਿਹੜੀ ਮੁਖ ਤੋਂ ਉਚਾਰਨ ਕਰਦੀ ਏ ਸਾਰੀ ਸੰਗਤ। ਬੰਦੈ ਕਰ ਜੋਰ ਮਨ ਦੀਨਾ। ਤੇ ਸਾਰੇ ਹੱਥ ਜੋੜ ਜੋੜ ਨਮਸਕਾਰਾਂ ਕਰਦੇ, ਅੰਦਰੋਂ ਮਨ ਢਲੇ ਹੋਏ ਹਨ। ਭਾਦੋ ਕੀ ਸੁਪੂਰਨ ਮਾਸ਼ੀ। ਤੇ ਉਹ ਸਮਾਂ ਆ ਗਿਆ ਜਦੋਂ ਗੁਰੂ ਅਮਰਦਾਸ ਸਾਹਿਬ ਨੇ ਜੋਤੀ ਜੋ ਸਮਾਉਣਾ ਹੈ। ਭਾਦਰੋਂ ਮਹੀਨੇ ਦੀ ਪੂਰਨਮਾਸ਼ੀ ਵਾਲਾ ਦਿਨ, ਅੱਜ ਵੀ ਭਾਦਰੋਂ ਦੀ ਪੂਰਨਮਾਸ਼ੀ ਆ, ਔਰ ਪੂਰਨਮਾਸ਼ੀ ਭਾਦਰੋਂ ਦੀ ਆ ਗਈ ਹੈ। ਚਾਤ ਸਮਾਵਨ ਗੁਰ ਅਬਨਾਸੀ। ਤੇ ਸਤਿਗੁਰੂ ਅਮਰਦਾਸ ਮਹਾਰਾਜ ਹੁਣ ਇਹ ਪੰਜ ਭੌਤਿਕ ਸਰੀਰ ਨੂੰ ਛੱਡ ਕੇ ਅਬਨਾਸੀ ਪਦ ਦੇ ਵਿੱਚ ਲੀਨ ਹੋਣਾ ਚਾਹੁੰਦੇ ਨੇ। ਸੰਗਤ ਸਹਿਤ ਸੁਨੰਦਨ ਹੀਰਾ। ਸਤਿਗੁਰੂ ਗਰੀਬ ਮਨਵਾਜ ਮਹਾਰਾਜ ਨੇ ਸੰਗਤਾਂ ਦੇ ਸਮੇਤ ਆਪਣੇ ਸੁਪੁੱਤਰ ਬਾਬਾ ਮੋਹਰੀ ਜੀ ਨੂੰ ਦੇਖਿਆ। ਅਸ ਆਇਸ ਦੀਰਸ ਤਸਬੀਰਾ। ਉਸ ਵੇਲੇ ਮਹਾਰਾਜ ਜੀ ਨੇ ਆਪਣੇ ਪੁੱਤਰ ਨੂੰ ਆਗਿਆ ਦਿੱਤੀ ਹੈ। ਤਿਆਰੀ ਕਰੋ ਵਿਮਾਨ ਬਣਾਵੋ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਲਾਲ ਜੀ ਹੁਣ ਤੁਸੀਂ ਤਿਆਰੀ ਕਰੋ ਸਾਡੇ ਜਾਣ ਦੀ,
ਔਰ ਬਿਬਾਨ ਤਿਆਰ ਕਰੋ। ਸਭ ਕਾਰਜ ਕੈ ਸੀਗਰ ਕਰਾਵੋ। ਇਸ ਤਰ੍ਹਾਂ ਜਿਹੜਾ ਸ੍ਰੇਸ਼ਟਤਾਈ ਦੇ ਨਾਲ ਸਾਰੇ ਕਾਰਜਾਂ ਨੂੰ ਕਰੋ ਤੇ ਸ਼ੀਘਰ ਹੀ ਛੇਤੀ ਦੇ ਨਾਲ ਕਰੋ। ਸੁਣਤ ਮੋਰੀ ਕਹਿ ਬਚ ਐਸੇ। ਤੇ ਆਗੂ ਗੁਰੂ ਅਮਰਦਾਸ ਸਾਹਿਬ ਦੇ ਬਚਨਾਂ ਨੂੰ ਸੁਣ ਕੇ ਬਾਬਾ ਮੋਹਰੀ ਜੀ ਕਹਿੰਦੇ, ਕਿਆ ਕਰਮ ਕੀ ਆਯੁਸ ਕੈਸੇ। ਮਹਾਰਾਜ ਸੱਚੇ ਪਾਤਸ਼ਾਹ ਦੱਸੋ ਕਿਹੜੇ ਕਰਮ ਕਰੀਏ, ਕੀ ਕੁਝ ਕਰੀਏ ਤੇ ਕੀ ਨਾ ਕਰੀਏ। ਨਿਜ ਕੁਲ ਕੀ ਮਿਹਰਾਦ ਜੋ ਹੈ। ਹੇ ਮਹਾਰਾਜ ਨਿਜ ਕੁਲ ਕੀ ਮਰਜ਼ਾਦ ਜੋ ਇਹ ਹੈ, ਆਪਣੀ ਕੁਝ ਕੁੱਲ ਦੀਆਂ ਰੀਤੀਆਂ ਹਨ। ਕਰੇ ਕਿ ਨਹੀਂ ਆਪ ਜਿਮ ਕਹੈ। ਮਹਾਰਾਜ ਦੱਸੋ ਇਹ ਆਪਣੀ ਕੁੱਲ ਦੀਆਂ ਕੁਝ ਮਰਜ਼ਾਦਾਵਾਂ ਜਿਹੜੀਆਂ ਨੇ ਬਾਹਰੀ ਤੌਰ ਤੇ ਰਸਮਾਂ ਨਿਭਾਈਏ ਕਿ ਨਾ। ਸੁਨ ਸਤਿਗੁਰ ਨੇ ਕਹਿਉ ਵਿਚਾਰ। ਉਸ ਵੇਲੇ ਸਤਿਗੁਰੂ ਗਰੀਬ ਨਵਾਜ ਮਹਾਰਾਜ ਨੇ ਵਿਚਾਰ ਕਰਕੇ ਬਾਬਾ ਮੋਹਰੀ ਜੀ ਨੂੰ ਕਿਹਾ, ਮਮ ਨੇ ਕਛ ਕਰਮਨ ਅਧਿਕਾਰ। ਮਹਾਰਾਜ ਸਾਹਿਬ ਕਹਿੰਦੇ, ਮੋਹਰੀ ਲਾਲ ਜੀ ਸਾਡਾ ਜਿਹੜਾ ਸਰੀਰ ਹੈ ਤੇ ਅਸੀਂ ਕਿਸੇ ਕਰਮ ਦੇ ਔਰ ਜਿਹੜਾ ਹੈ ਨਾ ਇਹਨਾਂ ਸਾਰੇ ਕਰਮਾਂ ਤੋਂ ਬਾਹਰ ਹਾਂ, ਅਸੀਂ ਕਰਮਾਂ ਦੇ ਅਧੀਨ ਨਹੀਂ ਹਾਂ। ਜਗ ਮਿਰਜਾਦ ਰੱਖੀ ਜੇ ਚਹੀਏ। ਕਹਿਣ ਲੱਗੇ ਜਿਹੜੀ ਜਗਤ ਦੀ ਮਰਜ਼ਾਦਾ ਲੋਕ ਰੱਖਣੀ ਚਾਹੁੰਦੇ ਹਨ। ਪ੍ਰੀਤ ਨਾਮ ਮੁਕਤੀ ਨ ਕਹੀਏ। ਔਰ ਕਹਿੰਦੇ ਫੇਰ ਪਿੱਛੋਂ ਪ੍ਰੇਤ ਪ੍ਰੇਤ ਕਹਿਣਾ ਕਰਦੇ ਨੇ ਉਹਨਾਂ ਨੂੰ, ਜਿਹੜੀ ਜਗਤ ਦੀਆਂ ਰੀਤੀਆਂ ਜੀਆਂ ਨਿਭਾਉਂਦੇ ਫਿਰਦੇ ਨੇ। ਸੁਰ ਸਰ ਅਸਤ ਪਿੰਡ ਕੋ ਨਹਿ ਕੀਜੈ। ਔਰ ਕਹਿਣ ਲੱਗੇ ਬਈ ਸਾਡੇ ਜਿਹੜੇ ਆ ਫੁੱਲ ਜਿਹੜੇ ਵਿੱਚੋਂ ਹੱਡੀਆਂ ਪਾਸੇ ਕਰ ਲੈਂਦੇ, ਆਹ ਕਰ ਲੈਂਦੇ ਆ, ਐਸਾ ਕੁਝ ਨਹੀਂ ਕਰਨਾ। ਤੁਮ ਬੜ ਮਿਰਜਾਦ ਰੱਖੀ ਜੈ। ਤੇ ਤੁਸੀਂ ਜਿਹੜੀ ਵੱਡੀ ਮਰਜ਼ਾਦਾ ਹੈ ਨਾ ਗੁਰਮਤ ਦੀ, ਉਹ ਰੱਖਣਾ ਕਰਿਆ ਜੇ। ਬਹੁਰ ਮੋਰੀ ਪੂਜਨ ਕਰੇ। ਫਿਰ ਹੱਥ ਜੋੜ ਕੇ ਬਾਬਾ ਮੋਹਰੀ ਜੀ ਕਹਿਣ ਲੱਗੇ, ਗ੍ਰਹੀ ਧਰਮ ਤੁਮ ਕੈ ਸੋ ਧਰੇ। ਮਹਾਰਾਜ ਅਸੀਂ ਗ੍ਰਸਤੀਆਂ ਕੈਸਾ ਧਰਮ ਧਾਰਨ ਕਰੀਏ। ਬਿਨ ਮਾਇਆ ਸਿਧ ਹੋਏ ਨ ਸਾਰੇ। ਮਹਾਰਾਜ ਸਾਰੇ ਕਾਰਜ ਮਾਇਆ ਆਦ ਤੋਂ ਬਗੈਰ ਸਿੱਧ ਨਹੀਂ ਹੁੰਦੇ। ਕਿਰਤ ਕੇ ਕਰੇ ਚਲੇ ਵਿਵਹਾਰੇ। ਮਹਾਰਾਜ ਸੱਚੇ ਪਾਤਸ਼ਾਹ ਕਿਹੜੀ ਕਿਰਤ ਵਿਰਤ ਕਰੀਏ ਜਿਹਦੇ ਨਾਲ ਸਾਡਾ ਵਿਹਾਰ ਚੱਲੇ, ਜੀਵਨ ਚੁਰੇ। ਬਿਨਾ ਕਿਰਤੇ ਕਰ ਆਏ ਨ ਮਾਇਆ। ਮਹਾਰਾਜ ਜੇ ਬਾਹਰ ਦੀ ਮਾਇਆ ਹੱਥ ਨਹੀਂ ਆਏਗੀ ਤੇ ਘਰ ਦਾ ਕਾਰੋਬਾਰ, ਆ ਲੰਗਰ ਆਦ ਸੇਵਾਵਾਂ ਕਿਵੇਂ ਚੱਲਣਗੀਆਂ। ਜੋ ਕੁਛ ਕਰੇ ਕਹੋ ਕਰ ਦਇਆ। ਮਹਾਰਾਜ ਦਇਆ ਕਰਕੇ ਸਾਨੂੰ ਇਹ ਸਭ ਕੁਝ ਦੱਸ ਦੇਵੋ। ਸਤਿਗੁਰ ਕਹਿਓ ਕਰੋ ਸੁਭਤਕਾਰ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸਾਰੀ ਸੰਗਤ ਨੂੰ ਹੀ ਕਹਿਣ ਲੱਗੇ, ਸ੍ਰੇਸ਼ਟ ਕਾਰ ਕਰਿਆ ਜੇ ਚੰਗੀ ਕਾਰ, ਚੰਗਾ ਕਰਮ। ਧਰਮ ਕਿਰਤ ਤੇ ਸਿੱਧ ਵਿਵਹਾਰ। ਤੇ ਔਰ ਧਰਮ ਕਿਰਤ ਕਰਿਆ ਜੇ, ਧਰਮ ਦੀ ਕਿਰਤ ਦੇ ਨਾਲ ਨਾ ਸਾਰੇ ਹੀ ਵਪਾਰ ਤੇ ਸਾਰੇ ਵਿਵਹਾਰ ਜਿਹੜੇ ਨੇ ਉਹ ਸਿੱਧ ਸਫਲੇ ਹੋਣਗੇ। ਕੁਲ ਮੈਂ ਸੰਕਟ ਆਈ ਜੀ ਪਰੈ। ਜੇ ਕਿਤੇ ਕੁਲ ਦੇ ਵਿੱਚ, ਪਰਿਵਾਰ ਦੇ ਵਿੱਚ ਸੰਕਟ ਦੁੱਖ ਦੀ ਘੜੀ ਆਵੇ, ਸਿਮਰੋ ਮੋਹਿ ਕਾਜ ਸਭ ਸਰੈ। ਤੇ ਫਿਰ ਮੇਰਾ ਸਰੂਪ ਜਿਹੜਾ ਨਿਰਗੁਣ ਆ ਨਾ ਵਾਹਿਗੁਰੂ, ਉਸ ਨੂੰ ਸਿਮਰੋ ਤੇ ਸਿਮਰਨ ਦੇ ਨਾਲ ਸੰਕਟ ਦੁੱਖ ਮਿਟਣਗੇ। ਏ ਸੁਤ ਧਰਮ ਕਿਰਤ ਜੋ ਕਰਨੀ। ਔਰ ਕਹਿਣ ਲੱਗੇ, ਹੇ ਪੁੱਤਰ ਜਿਹੜੀ ਧਰਮ ਦੀ ਕਿਰਤ ਕਰਨੀ ਹੈ, ਹਰ ਸਿਮਰਨ ਇਹ ਭਗਤ ਸੋ ਬਰਨੀ। ਕਹਿੰਦੇ ਹਰੀ ਦੀ ਭਗਤੀ ਦੇ ਵਿੱਚ ਇਹਦਾ ਵਰਣਨ ਹੈ, ਜਿਹੜੀ ਧਰਮ ਦੀ ਕਿਰਤ ਕਰਨੀ ਆ ਨਾ ਤੇ ਨਾਲ ਸਿਮਰਨ ਭਗਤੀ ਕਰਨੀ। ਭਗਤ ਕਰੈ ਸੁਖਲਹਿ ਅਭਰਨ। ਔਰ ਜਿਹੜਾ ਭਗਤੀ ਕਰਦਾ ਤੇ ਧਰਮ ਦੀ ਕਿਰਤ ਕਰਦਾ ਹੈ, ਉਹ ਭਰਮ ਤੋਂ ਰਹਿਤ ਹੋ ਕੇ ਸੁਖ ਪ੍ਰਾਪਤ ਕਰਦਾ ਹੈ। ਹਾਰ ਹਰ ਕੀ ਭਗਤ ਕਹਾਵਤ ਧਰਮ। ਔਰ ਕਹਿੰਦੇ ਜਿਹੜੀ ਹਰੀ ਦੀ ਭਗਤੀ ਕਰਨੀ ਆ ਨਾ, ਬਾਹਰੋਂ ਕਿਰਤ ਅੰਦਰੋਂ ਨਾਮ ਜਪਣਾ, ਔਰ ਕਹਿੰਦੇ ਉਹ ਹਰੀ ਦੀ ਭਗਤੀ ਕਹਾਉਣਾ ਕਰਦੀ ਹੈ। ਬਿਨ ਹਰ ਭਗਤ ਕਰੈ ਗਨ ਕਰਮ। ਔਰ ਕਹਿੰਦੇ ਬਿਨਾ ਜਿਹੜੀ ਆ ਨਾ ਹਰੀ ਦੇ ਭਗਤੀ ਤੋਂ ਔਰ ਕੋਈ ਕਰਮ ਕਰਨਾ, ਬਿਨ ਹਰ ਭਗਤ ਕਰੇ ਗਨ ਕਰਮ। ਭਾਵੇਂ ਭਗਤੀ ਜਿਹੜਾ ਨਹੀਂ ਕਰਦਾ ਤੇ ਉਹ ਅਨੇਕਾਂ ਹੀ ਸੰਸਾਰ ਦੇ ਵਿੱਚ ਬਿਨਾ ਰੱਬ ਦੇ ਨਾਮ ਤੋਂ, ਬੰਦਗੀ ਤੋਂ ਬਿਨਾ ਕਰਮ ਕਰਦਾ ਫਿਰੇ। ਸੋ ਸਗਰ ਹੋਏ ਜਾਏ ਅਧਰਮ। ਮਹਾਰਾਜ ਕਹਿੰਦੇ ਜੇ ਰੱਬ ਦਾ ਨਾਂ ਨਹੀਂ ਨਾ ਜਪਦਾ ਗ੍ਰਸਤੀ, ਤੇ ਯਾਦ ਰੱਖਣਾ ਜਿੰਨੇ ਮਰਜ਼ੀ ਹੋਰ ਕਰਮ ਕਰੇ ਸਾਰੇ ਅਧਰਮ ਹੀ ਨੇ, ਉਹ ਧਰਮ ਨਹੀਂ ਕਹਾ ਸਕਦੇ। ਸਭ ਸੰਗਤ ਕੋ ਤਬ ਉਪਦੇਸਾ। ਇਹ ਸਾਰੀ ਸੰਗਤ ਨੂੰ ਮਹਾਰਾਜ ਨੇ ਉਪਦੇਸ਼ ਦਿੱਤਾ। ਹਰ
ਕਰ ਹਰ ਭਗਤ ਵਿਨਾਸ਼ ਕਲੇਸਾ। ਸਾਰੀ ਸੰਗਤ ਨੂੰ ਗੁਰੂ ਅਮਰਦਾਸ ਮਹਾਰਾਜ ਖੀਰਲਾ ਉਪਦੇਸ਼ ਦਿੰਦੇ ਨੇ, ਹਰੀ ਦੀ ਭਗਤੀ ਕਰੋ, ਪ੍ਰਮਾਤਮਾ ਨੂੰ ਸਿਮਰੋ ਤੇ ਤੁਹਾਡੇ ਕਲੇਸ਼ ਘਰਾਂ ਦੇ ਜੀਵਨ ਦੇ ਮਿਟਣਗੇ। ਕਿਰਪਾ ਦ੍ਰਿਸ਼ਟ ਸਭ ਉਰ ਨਿਹਾਰੀ। ਮਹਾਰਾਜ ਜੀ ਨੇ ਸਾਰਿਆਂ ਵੱਲੇ ਮਿਹਰਾਂ ਭਰੀਆਂ ਨਜ਼ਰਾਂ ਨਾਲ ਤੱਕਿਆ, ਉਤੀ ਭਾਵਨੀ ਜੋ ਜਿਸ ਧਾਰੇ। ਔਰ ਜੋ ਵੀ ਕੋਈ ਭਾਵਨਾ ਲੈ ਕੇ ਮਨ ਵਿੱਚ ਗੁਰੂ ਸਾਹਿਬ ਦੇ ਕੋਲ ਆਇਆ ਸੀ, ਸਭ ਕੋ ਮਨ ਬਾਂਸਤ ਫਲ ਪਾਵਾ। ਸਾਰਿਆਂ ਨੂੰ ਕਿਹਾ ਗੁਰੂ ਨਾਨਕ ਸਾਹਿਬ ਤੁਹਾਡੀਆਂ ਭਾਵਨਾਵਾਂ ਨੂੰ ਭਾਗ ਲਾਉਣ। ਉਨ ਸਤਿਗੁਰ ਸਭ ਸੰਗ ਅਲਾਵਾ। ਮਹਾਰਾਜ ਸੱਚੀ ਸਰਕਾਰ ਗੁਰੂ ਅਮਰਦਾਸ ਸਾਹਿਬ ਸਾਰਿਆਂ ਨੂੰ ਕਹਿਣ ਲੱਗੇ, ਸੁਤ ਭਰਾਤਾ ਬੰਧੂ ਸਿੱਖ ਦਾਸ। ਤੇ ਜਿੰਨੇ ਪੁੱਤਰ ਭਰਾ ਤੇ ਰਿਸ਼ਤੇਦਾਰ ਸੰਬੰਧੀ ਸੇਵਕ ਸਿੱਖ ਸਨ, ਪਾਸੇ ਕਰੋ ਨਾ ਸੋਖ ਪ੍ਰਗਾਸ। ਭਾਈ ਸਾਡੇ ਪਿੱਛੋਂ ਕਿਸੇ ਨੇ ਰੋਣਾ ਨਹੀਂ ਹੈ, ਸੋਗ ਨਹੀਂ ਕਰਨਾ, ਮਦਦ ਰਹੋ ਹਰ ਕੀ ਗੁਣ ਗਾਵੋ। ਬਸ ਖੁਸ਼ੀ ਦੇ ਸਹਿਤ ਰਹਿਣਾ ਹੈ ਤੇ ਰੱਬ ਦੇ ਗੁਣਾਂ ਦਾ ਗਾਇਨ ਕਰਨਾ। ਕਥਾ ਕੀਰਤਨ ਸੁਨੋ ਸੁਨਾਵੋ। ਔਰ ਗੁਰੂ ਕੀ ਕਥਾ ਕਰਿਆ ਜੇ, ਸੁਣਿਆ ਜੇ, ਕੀਰਤਨ ਕਰਿਆ ਜੇ, ਸੁਣਨਾ ਕਰਿਆ ਜੇ। ਇਮ ਕਹਿ ਸਤਿਗੁਰ ਘਰ ਲਿਪ ਵਾਈ। ਇਸ ਤਰ੍ਹਾਂ ਕਹਿ ਕੇ ਸਤਿਗੁਰੂ ਮਹਾਰਾਜ ਜੀ ਦੀ ਉਹ ਜਗ੍ਹਾ ਜਿਹੜੀ ਹੈ ਪਵਿੱਤਰ ਕੀਤੀ ਗਈ, ਬੜੇ ਪ੍ਰੇਮ ਨਾਲ ਸਵੱਛ ਕੀਤੀ ਗਈ। ਚੰਦਨ ਆਦ ਸੁਗੰਧ ਸਿਰ ਕਾਏ। ਹੁਣ ਉਹ ਸਿੱਖ ਉਹ ਜਗ੍ਹਾ ਦੀ ਤਿਆਰੀ ਕਰ ਰਹੇ ਨੇ, ਉੱਥੇ ਚੰਦਨ ਆਦੀਆਂ ਸੁਗੰਧੀਆਂ ਸਿੱਖਾਂ ਨੇ ਪ੍ਰੇਮ ਆਪਣੀ ਆਪਣੀ ਭਾਵਨਾ ਲੈ ਕੇ, ਹਾਲਾਂਕਿ ਗੁਰੂ ਦੀ ਨਹੀਂ, ਇਹ ਸਿੱਖਾਂ ਦੀ ਭਾਵਨਾ ਆ ਕਿ ਸਾਡਾ ਸਤਿਗੁਰੂ ਆ, ਉਹਨਾਂ ਨੇ ਉਹੋ ਜੀ ਸੁੰਦਰਤਾਈ ਦੇ ਨਾਲ ਮਹਿਕ ਵਾਲੀਆਂ ਸੁਗੰਧੀਆਂ ਛਿੜਕੀਆਂ ਵਰਨ ਵਰਨ ਫੂਲਨ ਕੀ ਮਾਲਾ। ਤੇ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਦੀਆਂ ਮਾਲਾ ਸਿੱਖਾਂ ਨੇ ਲਿਆਂਦੀਆਂ। ਉਸ ਆਸਨ ਪਰ ਭੋ ਦਇਆਲਾ। ਹੁਣ ਖੀਰਲੇ ਆਸਨ, ਖੀਰਲੀ ਸੇਜਾ ਦੇ ਉੱਪਰ ਦਿਆਲੂ ਕਿਰਪਾਲੂ ਗੁਰੂ ਅਮਰਦਾਸ ਸਾਹਿਬ ਜੀ ਲੇਟ ਗਏ। ਸਭ ਦੇਖਤ ਭੀਰ ਕਨੇਰੀ। ਤੇ ਸਾਰੀਆਂ ਸਿੱਖ ਸੰਗਤਾਂ ਦੇ ਨੇਤਰ ਉਧਰ ਲੱਗੇ ਜਿਹੜੇ ਆਸਨ ਤੇ ਗੁਰੂ ਅਮਰਦਾਸ ਮਹਾਰਾਜ ਖੀਰਲੇ ਤੇ ਪੈ ਗਏ। ਵਿਸਦ ਵਸਤਰ ਲੈ ਮੁਖ ਪਰ ਫੇਰੀ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੱਜ ਚਿੱਟਾ ਚਾਦਰਾ ਜਿਹੜਾ ਹੈ ਨਾ, ਉਹ ਤਨ ਤੇ ਲੈਣਾ ਕੀਤਾ ਹੈ, ਤੇ ਉਹ ਸਾਰਿਆਂ ਵੱਲੇ ਤੱਕ ਕੇ ਖੀਰਲੀ ਫਤਿਹ ਗਜਾ ਕੇ ਮਹਾਰਾਜ ਨੇ ਮੁਖ ਤੇ ਲੈ ਲਿਆ। ਕਰਤ ਪਏ ਪਰਲੋਕ ਪਿਆਨਾ। ਬਸ ਇਹ ਚਾਦਰਾ ਮੁਖ ਤੇ ਲੈ ਕੇ ਗੁਰੂ ਅਮਰਦਾਸ ਮਹਾਰਾਜ ਪ੍ਰਭੁਰ ਪਿਆਨਾ ਕਰ ਗਏ। ਨਭ ਮੈਂ ਕੌਤਕ ਹੋਤ ਮਹਾਨਾ। ਜਦੋਂ ਗੁਰੂ ਅਮਰਦਾਸ ਸਾਹਿਬ ਨੇ ਨਾ ਇਹ ਦੋ ਗੱਲਾਂ ਨੇ, ਇੱਕ ਪਹਿਲਾਂ ਪਰਲੋਕ ਦੀ ਕਵੀ ਜੀ ਕਰਨਗੇ, ਫਿਰ ਬਾਹਰਲੀ ਤਨ ਦੀ ਕਿਰਿਆ ਦੀ ਕਰਨਗੇ। ਜਦੋਂ ਇਹ ਤਨ ਨੂੰ ਤਿਆਗਿਆ, ਅੰਦਰੋਂ ਆਤਮਿਕ ਸਰੂਪ ਜੁਦੇ ਹੋਇਆ, ਇਹ ਉਹਦੀ ਗੱਲ ਕਰਦੇ ਨੇ। ਕਹਿੰਦੇ ਉਹ ਨਭ ਆਕਾਸ਼ ਦੇ ਵਿੱਚ ਇੱਕ ਵੱਖਰਾ ਜਿਹਾ ਹੀ ਰੰਗ ਮਿਲਿਆ ਦੇਖਣ ਨੂੰ। ਸੂਰਜ ਤੇਜ ਮੰਦ ਪਰ ਗਇਓ। ਕਹਿੰਦੇ ਸੂਰਜ ਦੀ ਰੌਸ਼ਨੀ ਬੜੀ ਤੇਜ਼ ਸੀ, ਉਹ ਮੰਦੀ ਹੋ ਗਈ ਜਦੋਂ ਗੁਰੂ ਅਮਰਦਾਸ ਮਹਾਰਾਜ ਨੇ ਤਨ ਤਿਆਗਿਆ। ਅਨਕ ਪ੍ਰਕਾਸ਼ ਅਪਰਵਿਦ ਭਇਓ। ਔਰ ਅਨੇਕਾਂ ਪ੍ਰਕਾਰ ਦੇ ਜਿਹੜੇ ਆ ਨਾ ਪ੍ਰਕਾਸ਼ ਅਸਮਾਨ ਵਿੱਚ ਹੋ ਗਏ। ਦੇਵਤਾ ਅਨਕੇ ਕਦੇ ਵੀ ਬਨਾ। ਤੇ ਜਿੰਨੇ 33 ਕਰੋੜ ਦੇਵੀਆਂ ਦੇਵਤੇ ਅਸਮਾਨ ਵਿੱਚ ਹੱਥ ਬੰਨ ਕੇ ਖੜੇ ਸਨ, ਆਵਤ ਪਈ ਛਾਈ ਅਸਮਾਨਾ। ਤੇ ਸਾਰੇ ਦੇ ਸਾਰੇ ਅਸਮਾਨ ਵਿੱਚ ਖੜੇ ਸਨ। ਕਿਉਂ? ਮਾਤ ਲੋਕ ਤੋਂ ਸਤਿਗੁਰੂ ਮਹਾਰਾਜ ਉੱਪਰ ਨੂੰ ਜਾ ਰਹੇ ਨੇ, ਉਹ ਵੀ ਆਪਣੀ ਆਪਣੀ ਸ਼ਰਧਾ ਲੈ ਕੇ ਸਤਿਗੁਰੂ ਲਈ ਖੜੇ ਹਨ। ਚਲੀ ਸੁਗੰਧਤ ਮਤ ਸਮੀਰਾ। ਤੇ ਹੁਣ ਜਿਹੜੀ ਹਵਾ ਹੈ ਨਾ, ਉਹ ਸੁਗੰਧੀ ਨਾਲ, ਫੁੱਲਾਂ ਨਾਲ ਲਿਪਟ ਹੋ ਕੇ ਆਉਣ ਲੱਗ ਪਈ ਹੌਲੀ ਹੌਲੀ। ਗਰਜਤ ਘਨ ਧਨ ਮ੍ਰਿਦਲ ਗੰਭੀਰਾ। ਤੇ ਜਿਹੜੇ ਬੱਦਲ ਆ ਨਾ, ਉਹ ਘਨ ਬੜੀ ਹੌਲੀ ਹੌਲੀ ਗਰਜਦੇ ਨੇ, ਜਿਵੇਂ ਕੋਈ ਆ ਰਿਹਾ ਹੋਵੇ, ਅੱਗੇ ਢੋਲ ਵੱਜਦਾ, ਨਗਾਰੇ ਵੱਜਦੇ। ਬੱਦਲ ਸਤਿਗੁਰਾਂ ਦੀ ਔਰ ਆਮਦ ਨੂੰ ਲੈ ਕੇ ਨਾ ਅੱਗੇ ਗਰਜ ਪੈਦਾ ਕਰਦੇ ਨੇ। ਵੇਦ ਸਿਵ ਸੁਰਪਤ ਰਵ ਸਸ ਆਏ। ਕਹਿੰਦੇ ਕੀ ਬ੍ਰਹਮਾ, ਕੀ ਸ਼ਿਵ ਜੀ, ਕੀ ਇੰਦਰ, ਕੀ ਵਿਸ਼ਨੂੰ ਔਰ ਸੂਰਜ ਚੰਦ, ਇਹ ਸਾਰੇ ਦੇ ਸਾਰੇ ਹੱਥ ਬੰਨ ਕੇ ਅੱਗੇ ਦੇਵਤੇ ਅਧਿਅਕਸ਼ ਖੜੇ ਹਨ। ਗੰਧਰਵ ਸਿਧਰ ਕੀ ਸਮੁਦਾਏ। ਤੇ ਜਿੰਨੇ ਗੰਧਰਵ ਇਹਨਾਂ ਦੇਵਤਿਆਂ ਦੇ ਰਾਗੀ ਆਦ ਔਰ ਸਿੱਧ ਤੇ ਰਿਖੀ ਜਾਨੇ, ਉਹ ਸਾਰੇ ਦੇ ਸਾਰੇ ਕੋਈ ਰਾਗ ਗਾਉਂਦਾ, ਕੋਈ ਸਤਿਗੁਰਾਂ ਤੇ ਫੁੱਲ ਬਰਸਾਉਂਦਾ ਹੈ। ਕਰੈ ਕੁਲਾਹਲ ਅਨਕ ਪ੍ਰਕਾਰਾ। ਇਹ ਜਿੰਨਾ ਵਾਜਾ ਹੋ ਰਿਹਾ ਹੈ ਨਾ, ਇਹ ਅਸਮਾਨ ਦੇ ਵਿੱਚ ਹੋ ਰਿਹਾ ਹੈ। ਜੈ ਜੈ ਧੁਨ ਸੁਰ ਊਚ ਉਚਾਰਾ। ਇਹ ਜਿੰਨੇ ਦੇਵਤੇ ਜਦੋਂ ਸੰਸਾਰ ਤੋਂ ਸਰੀਰ ਛੱਡ ਕੇ ਜਿਵੇਂ ਜਿਵੇਂ ਉੱਪਰ ਨੂੰ ਮਹਾਰਾਜ ਜੀ ਦਾ ਆਤਮ ਸਰੂਪ ਜਾ ਰਿਹਾ ਹੈ ਨਾ, ਉਵੇਂ ਉਵੇਂ ਉਹ ਦੇਵਤੇ ਜਿਹੜੇ ਅੱਗੇ ਆ ਜੈ ਜੈਕਾਰ ਦਰਸ਼ਨ ਕਰਦੇ, ਨਮਸਕਾਰਾਂ ਕਰਦੇ ਨੇ ਔਰ ਆਓ ਭਗਤ ਕਰ ਰਹੇ ਹਨ ਤੇ ਅਭਿਨੰਦਨ ਕਰਦੇ ਨੇ। ਮੰਗਲ ਕਰਤ ਅਨੇਕ ਪ੍ਰਕਾਰ। ਇਸ ਤਰ੍ਹਾਂ ਅਨੇਕਾਂ ਪ੍ਰਕਾਰ ਦੇ ਮੰਗਲ ਦੇਵਤੇ ਕਰਦੇ ਨੇ। ਗਾਏ ਅਪਸਰਾ ਪੂਜਾ ਪਸਾਰਨ।
ਜਿੰਨੀਆਂ ਦੇਵ ਲੋਕ ਦੀਆਂ ਅਪਸਰਾਂ ਨੇ ਉਹ ਨਿਰਤ ਕਰਦੀਆਂ ਨੇ ਉਸ ਰਾਗਾਂ ਦੇ ਉੱਪਰ। ਗਣ ਮਣੀਆਂ ਕੇ ਖਰਚਤ ਵਿਸਾਲਾ। ਇਹ ਤਰ੍ਹਾਂ ਜਿਹੜੇ ਗਾਣਾ ਮਣੀਆਂ ਕੇ ਖਚਤ ਵਿਸਾਲਾ, ਜਿਨ੍ਹਾਂ ਨੇ ਹਾਰ ਅਨੇਕਾਂ ਮਣੀਆਂ ਦੇ ਬਣਾ ਕੇ ਲਿਆਂਦੇ ਨੇ ਸਤਿਗੁਰੂ ਲਈ। ਆਏ ਵਿਮਾਨ ਸੁਕਰਤ ਉਜਾਲਾ। ਤੇ ਉਹ ਜਿਹੜਾ ਵਿਮਾਨ ਸਤਿਗੁਰਾਂ ਦਾ ਆਤਮ ਸਰੂਪ ਉੱਪਰ ਨੂੰ ਜਾ ਰਿਹਾ ਹੈ ਨਾ, ਉਹਦਾ ਪ੍ਰਕਾਸ਼ ਬਹੁਤ ਜ਼ਿਆਦਾ ਹੈ। ਇਸ ਪਰ ਸਤਿਗੁਰੂ ਤਬ ਆ ਰੂਹੀ। ਉਸ ਜਿਹੜਾ ਰੱਬੀ ਵਿਮਾਨ ਆਇਆ, ਉਹਦੇ ਤੇ ਆਤਮ ਸਰੂਪ ਹੋ ਕੇ ਸਤਿਗੁਰੂ ਸੁਭਾਈਮਾਨ ਹੋ ਗਏ। ਕੋਟ ਕਾਮ ਸਭ ਪਿਕ ਸਭ ਮੋਹੀ। ਉਹਦੀ ਸ਼ੋਭਾ ਇੰਨੀ ਆ ਕਿ ਸਭ ਤੋਂ ਸੁੰਦਰਤਾ ਕਾਮਦੇਵ ਦੀ ਜਾਣੀ ਹੈ। ਤੇ ਕਹਿੰਦੇ ਸਤਿਗੁਰੂ ਦੇ ਸਰੂਪ ਆਤਮ ਪ੍ਰਕਾਸ਼ ਦੇ ਸਾਹਮਣੇ ਕਰੋੜਾਂ ਕਾਮਦੇਵ ਵੀ ਜਿਹੜੇ ਲੱਜਤ ਹੋ ਜਾਂਦੇ ਹਨ। ਜੈ ਜੈ ਧਨ ਠਾਨ ਸਭ ਬੰਦਾ। ਤੇ ਸਾਰੇ ਦੇਵਤੇ ਜਿੰਨੇ ਆਪਣੀ ਆਪਣੀ ਜਗ੍ਹਾ ਤੇ ਜਿੱਥੋਂ ਤੱਕ ਉਹਨਾਂ ਦੀ ਪਹੁੰਚ ਹੈ, ਮਹਾਰਾਜ ਦੇ ਨਾਲ ਜੈ ਜੈਕਾਰ ਗੁਰੂ ਅਮਰਦਾਸ ਸਾਹਿਬ ਦੀ ਜੈ ਜੈ ਹੋਵੇ ਕਰਦੇ ਨੇ। ਦਰਸ਼ਨ ਦੇਖ ਹਿਰਦੈ ਆਨੰਦ। ਸਾਰੇ ਦੇਵਤੇ ਸਤਿਗੁਰਾਂ ਦਾ ਦਰਸ਼ਨ ਕਰਕੇ ਆਨੰਦ ਦੇ ਸਹਿਤ ਹੁੰਦੇ ਖੁਸ਼ੀਆਂ ਪ੍ਰਾਪਤ ਕਰਦੇ ਨੇ। ਸੁਰ ਵਿਮਾਨ ਚੌਦਿਸ ਹੋਏ ਚਾਲੇ। ਤੇ ਸਾਰੇ ਦੇਵਤੇ ਸਤਿਗੁਰੂ ਦਾ ਵਿਮਾਨ ਅੱਗੇ ਨੂੰ ਕਰਕੇ ਆਤਮ ਸਰੂਪ ਨੂੰ ਅੱਗੇ ਨੂੰ ਕਰਕੇ ਆਪ ਪਿੱਛੇ ਨਾਲ ਚੱਲਦੇ। ਗੁਰੂ ਬਿਰਾਜੇ ਵਿੱਚ ਵਿਸਾਲੇ। ਸਤਿਗੁਰੂ ਮਹਾਰਾਜ ਸਾਰਿਆਂ ਦੇ ਵਿੱਚ ਸ਼ੋਭਾ ਪਾ ਰਹੇ ਹਨ। ਅਨਕ ਭਾਂਤ ਕੇ ਮੰਗਲ ਗਾਵਤ। ਇਸ ਤਰ੍ਹਾਂ ਅਨੇਕਾਂ ਪ੍ਰਕਾਰ ਦਾ ਮੰਗਲਾਚਾਰ ਹੁੰਦਾ ਹੈ। ਇਮ ਸਭ ਚਲੇ ਜਾਤ ਸੁਖ ਪਾਵਤ। ਇਸ ਤਰ੍ਹਾਂ ਸਾਰੇ ਸਤਿਗੁਰੂ ਦੇ ਨਾਲ ਜਾਂਦੇ ਹੋਏ ਸੁਖ ਪ੍ਰਾਪਤ ਕਰਦੇ ਨੇ। ਗਵਨ ਸਖਤ ਜਿਸ ਕੀ ਜਹਾਂ। ਔਰ ਜਿਹੜੇ ਦੇਵਤੇ ਦੀ ਜਿੱਥੋਂ ਤੱਕ ਜਾਣ ਦੀ ਪਹੁੰਚ ਸੀਗੀ, ਕਰ ਕਰ ਨਮੋ ਅਸਤਰ ਪੀ ਤਹਾਂ। ਆਪਣੀ ਆਪਣੀ ਸੀਮਾ ਤੋਂ ਆਪਣੀ ਆਪਣੀ ਹੱਦ ਤੋਂ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਉਹ ਦੇਵਤਾ ਆਪਣੀ ਆਪਣੀ ਪੁਰੀ ਨੂੰ ਮੁੜਦਾ ਗਿਆ। ਪਰਮ ਧਾਮ ਬੈਕੁੰਠ ਮਝਾਰਾ। ਸਤਿਗੁਰੂ ਮਹਾਰਾਜ ਚੱਲਦੇ ਹੋਏ ਬੈਕੁੰਠ ਧਾਮ ਦੇ ਵਿੱਚ ਗਏ, ਜਿੱਥੇ ਸੱਚਖੰਡ ਵਸੈ ਨਿਰੰਕਾਰ ਕਰ ਵੇਖੈ ਨਦਰ ਨਿਹਾਲ। ਸਤਿਗੁਰੂ ਉੱਥੇ ਪਹੁੰਚ ਗਏ। ਇਹ ਦੇਵਤਿਆਂ ਦੀਆਂ ਪੁਰੀਆਂ ਉਰੇ ਨੇ, ਇਹ ਆਪਣੀ ਆਪਣੀ ਹੱਦਬੰਦੀ ਤੱਕ ਹੀ ਗਏ ਹਨ। ਪਹੁੰਚੇ ਪੀ ਸਤਿਗੁਰ ਉਧਾਰਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬੈਕੁੰਠ ਧਾਮ ਵਿੱਚ ਪਹੁੰਚ ਗਏ। ਪਰਮ ਜੋਤ ਮੈਂ ਜੋਤ ਸਮਾਨੀ। ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਇਸ ਤਰ੍ਹਾਂ ਜਿਹੜੀ ਹੈ ਪਰਮ ਜੋਤ ਦੇ ਵਿੱਚ ਪਰਮਾਤਮਾ ਜੋਤੀ ਸਰੂਪ ਹੈ। ਇਥੋਂ ਜਿਹੜੀ ਸੰਸਾਰ ਤੋਂ ਗਈ ਜੋਤ ਆਤਮ ਸਰੂਪ ਉਹਦੇ ਵਿੱਚ ਮਿਲ ਗਏ। ਜਥਾ ਮਿਲੈ ਪਾਣੀ ਸਿੰਘ ਪਾਣੀ। ਔਰ ਜਿਉਂ ਜਲ ਮੈਂ ਜਲ ਆਏ ਖਟਾਨਾ, ਤੇ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਮਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਔਰ ਮਹਾਰਾਜ ਕਹਿੰਦੇ ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ। ਔਰ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ, ਜੋਤ ਵਿੱਚ ਜੋਤ ਮਿਲ ਗਈ ਹੈ। ਗੋਬਿੰਦਵਾਲ ਮਿਲੇ ਨਰ ਨਾਰੀ। ਤੇ ਇਧਰ ਹੁਣ ਇਹ ਜਿੱਥੇ ਸਰੀਰ ਹੈ, ਪੰਜ ਭੌਤਿਕ ਸਰੀਰ ਹੈ ਨਾ, ਹੁਣ ਕਵੀ ਜੀ ਉਧਰ ਦੀ ਗੱਲ ਕਰਦੇ, ਇਧਰ ਗੋਇੰਦਵਾਲ ਸਾਰੇ ਮਨੁੱਖ ਇਸਤਰੀਆਂ ਮਿਲ ਕੇ ਧੰਨ ਧੰਨ ਸਤਿਗੁਰੂ ਉਚਾਰੀ। ਸਾਰੇ ਕਹਿੰਦੇ ਧੰਨ ਗੁਰੂ ਅਮਰਦਾਸ, ਧੰਨ ਗੁਰੂ ਅਮਰਦਾਸ, ਧੰਨ ਗੁਰੂ ਅਮਰਦਾਸ ਸਾਹਿਬ ਦੀ ਧੁਨ ਲਾਪ ਰਹੇ ਹਨ। ਨਿਰਮਲ ਨੀਰ ਵਿਪਾਸਨੀ ਨਾ। ਇਸ ਤਰ੍ਹਾਂ ਜਿਨ੍ਹਾਂ ਦੇ ਦਰਸ਼ਨ ਕਰਕੇ ਪ੍ਰੇਮ ਦੇ ਨਾਲ ਪਾਪ ਜਿਹੜੇ ਨੇ ਉਹ ਖਤਮ ਹੋ ਜਾਂਦੇ ਹਨ। ਗੁਰ ਤਨ ਕੋ ਮੱਜਨ ਸੁਭਕੀਨ। ਇਸ ਤਰ੍ਹਾਂ ਜਿਹੜਾ ਪਵਿੱਤਰ ਬਿਆਸਾ ਦਾ ਜਲ ਲਿਆ ਕੇ ਨਾ ਸਤਿਗੁਰੂ ਮਹਾਰਾਜ ਜੀ ਦੇ ਤਨ ਦਾ ਇਸ਼ਨਾਨ ਕਰਵਾਇਆ। ਸਤਿਗੁਰੂ ਰਾਮਦਾਸ ਤਬ ਲਾਗੇ। ਤੇ ਇਸ ਸੇਵਾ ਵਿੱਚ ਕੌਣ ਕੌਣ ਲੱਗੇ ਨੇ? ਇੱਕ ਸਤਿਗੁਰੂ ਰਾਮਦਾਸ ਸਾਹਿਬ ਜੀ ਆਪ ਲੱਗੇ ਹਨ। ਪੁੱਤਰ ਮੋਰੀ ਔਰ ਅਨਰਾਗੇ। ਇਧਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਪੁੱਤਰ ਬਾਬਾ ਮੋਰੀ ਜੀ ਨਾਲ ਹਨ। ਭਾਈ ਸਾਹਿਬ ਬੁੱਢਾ ਮਿਲ ਕੇ। ਤੇ ਬਾਬਾ ਬੁੱਢਾ ਸਾਹਿਬ ਜੀ ਨਾਲ ਮਿਲੇ ਹਨ। ਸੇਵਕ ਬੱਲੂ ਇਨਸੋ ਰਲ ਕੇ। ਤੇ ਇਹ ਭਾਈ ਬੱਲੂ ਜੀ ਗੁਰੂ ਅਮਰਦਾਸ ਸਾਹਿਬ ਦਾ ਸੇਵਕ ਸੀ, ਨਾਲ ਹੀ ਰਿਹਾ ਸੀ, ਇਹਨੂੰ ਪਾਸੇ ਨਹੀਂ ਕੀਤਾ ਗਿਆ। ਭਾਈ ਬੱਲੂ ਜੀ ਵੀ ਨਾਲ ਹਨ। ਧਨ ਸਨਾਨ ਗੁਰ ਕੋ ਕਰਵਾਏ। ਇਹਨਾਂ ਚਾਰਾਂ ਨੇ ਮਿਲ ਕੇ ਮਹਾਂਪੁਰਸ਼ਾਂ ਨੇ ਗੁਰੂ ਜੀ ਦੇ ਪੰਜ ਭੌਤਿਕ ਸਰੀਰ ਦਾ ਇਸ਼ਨਾਨ ਕਰਾਇਆ। ਸਭ ਵਿਮਾਨ ਪਰ ਤਬ ਪੜਾਏ। ਹੁਣ ਅਖੀਰਲੀ ਸ਼ਈਆ ਦੇ ਉੱਪਰ, ਵਿਮਾਨ ਦੇ ਉੱਪਰ ਜਿਹੜਾ ਸੀ ਇਹ ਤਨ ਨੂੰ ਲਟਾ ਦਿੱਤਾ। ਚਾਰੋਂ ਨੇ ਨਿਜ ਕੰਧ ਉਚਾਰਾ। ਹੁਣ ਇਹਨਾਂ ਚਾਰਾਂ ਨੇ ਚਾਰੇ ਇਹ ਕੰਧ ਹੀ ਲੱਗੇ ਨੇ। ਗੁਰੂ ਰਾਮਦਾਸ ਸਾਹਿਬ, ਬਾਬਾ ਬੁੱਢਾ ਸਾਹਿਬ ਅਗਲੇ ਪਾਸੇ ਨੇ, ਬਾਬਾ ਮੋਰੀ ਜੀ ਤੇ ਭਾਈ ਬੱਲੂ ਜੀ ਜਿਹੜੇ ਪਿਛਲੇ ਪਾਸੇ ਲੱਗੇ ਹੋਏ ਨੇ। ਅਪਰ ਲੋਕ ਲਾਗੇ ਸਮੁਦਾਏ। ਇਸ ਤਰ੍ਹਾਂ ਹੋਰ ਸਾਰੀ ਸੰਗਤ ਪਿੱਛੇ ਜਾ ਰਹੀ ਹੈ। ਬਹੁਤ ਸੰਕਨ ਕੀਰਤਨ ਉਠਾਈ। ਬਹੁਤ ਜ਼ਿਆਦੇ ਘੜਿਆਲ ਸੰਖਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ। ਵਾਹਿਗੁਰੂ ਵਾਹਿਗੁਰੂ ਦਾ ਆਵਾਜ਼ਾ ਹੋ ਰਿਹਾ ਹੈ। ਗੁਰੂ ਅਮਰਦਾਸ ਧੰਨ ਹੋ ਕਰ ਰਹੇ ਹਨ। ਲਾਜਾ ਪੁਸ਼ਪ ਬਹੁਤ
ਬਹੁ ਬਰਖਾਈ। ਤੇ ਸਿੱਖ ਸੰਗਤਾਂ ਬੜੇ ਬੜੇ ਸੁੰਦਰ ਤਰ੍ਹਾਂ ਤਰ੍ਹਾਂ ਦੇ ਫੁੱਲ ਲਿਆਈਆਂ ਔਰ ਉਹ ਸਤਿਗੁਰੂ ਦੇ ਸਰੀਰ ਦੇ ਉੱਪਰੋਂ ਜਿਹੜੇ ਸੱਟੇ ਜਾ ਰਹੇ ਨੇ। ਪੋਤਰੇ ਸਰਬ ਗੁਰੂ ਕੇ ਆਏ। ਤੇ ਸਾਰੇ ਗੁਰੂ ਅਮਰਦਾਸ ਸਾਹਿਬ ਦੇ ਪੋਤਰੇ ਬਾਬਾ ਸਹੰਸ ਰਾਮ ਜੀ, ਬਾਬਾ ਆਨੰਦ ਜੀ ਆਦਿ ਜਿੰਨੇ ਨੇ ਆਏ ਹਨ। ਕਰ ਮੈਂ ਲੀਨੇ ਚਵਰ ਧੁਰਾਏ। ਤੇ ਪੁੱਤਰਿਆਂ ਨੇ ਹੱਥ 'ਚ ਚੌਰ ਫੜੇ, ਮਹਾਰਾਜ ਦੇ ਸਰੀਰ ਤੇ ਚੌਰ ਕਰਦੇ ਹਨ। ਸ਼ਬਦ ਰਵਾਬੀ ਗਾਵਨ ਕਰਹੀ। ਔਰ ਸਾਰੇ ਜਿੰਨੇ ਰਾਗੀ ਸਿੰਘ ਨਾ ਰਬਾਬਾਂ ਦੇ ਨਾਲ ਨਾਲ ਮਹਾਰਾਜ ਦੇ ਸਰੀਰ ਦੇ ਔਰ ਜਿਹੜਾ ਸੁੰਦਰ ਕੀਰਤਨ ਕਰਦੇ ਜਾਂਦੇ ਹਨ। ਵੇਦ ਤੁਨੀ ਬਰ ਸਿੱਖ ਉਚਾਰੈ। ਇਸ ਤਰ੍ਹਾਂ ਜਿਹੜੀ ਆ ਵੇਦ ਦਾ ਅਰਥ ਦੂਜੇ ਵੇਦ ਨਹੀਂ ਲੈਣਾ। ਵੇਦ ਦਾ ਅਰਥ ਹੁੰਦਾ ਹੈ ਗਿਆਨ, ਗਿਆਨਮਈ ਸ਼ਬਦਾਂ ਦਾ ਕੀਰਤਨ ਹੋ ਰਿਹਾ ਹੈ ਔਰ ਗਿਆਨਮਈ ਸ਼ਬਦਾਂ ਦਾ ਕੀਰਤਨ ਕੀਤਾ ਜਾ ਰਿਹਾ ਹੈ। ਕੰਚਨ ਆਦ ਬਰ ਦਰਬ ਵਰਖਾਵੇ। ਤੇ ਕਈ ਸਿੱਖ ਜਿਹੜੇ ਆ ਘਰੋਂ ਵਿੱਚ ਸੋਨੇ ਦੇ ਮੋਤੀ ਲੈ ਕੇ ਆਏ ਨੇ ਬਣਾ ਕੇ, ਉਹ ਨਾਲ ਫੁੱਲਾਂ ਦੇ ਮਿਲਾ ਕੇ ਵਰਖਾ ਕਰਦੇ ਨੇ। ਮਹਾਰਾਜ ਇਹ ਤਾਂ ਸੋਨਾ ਤਾਂ ਕੁਝ ਵੀ ਨਹੀਂ, ਤੇਰੇ ਤੋਂ ਸਭ ਕੁਝ ਨਿਸ਼ਾਵਰ ਕੀਤਾ ਜਾ ਸਕਦਾ ਹੈ। ਸਹਿਤ ਸੁਗੰਧ ਫੂਲ ਬਹੁ ਲਿਆਵੇ। ਇਹ ਤਰ੍ਹਾਂ ਬਹੁਤ ਸੁਗੰਧੀ ਵਾਲੇ ਸਿੱਖ ਸੰਗਤਾਂ ਫੁੱਲ ਲਿਆਈਆਂ ਹਨ। ਉਪਰ ਡਾਰਤ ਜਾਤ ਬਿਮਾਨ। ਸਤਿਗੁਰੂ ਮਹਾਰਾਜ ਜੀ ਦੇ ਸਰੀਰ ਨੂੰ ਘਰ ਵਿੱਚ ਉਹ ਬਿਆਸਾ ਵੱਲ ਨੂੰ ਲੈ ਕੇ ਜਾ ਰਹੇ ਨੇ ਤੇ ਉਹ ਉੱਪਰ ਫੁੱਲਾਂ ਦੀ ਵਰਖਾ ਹੁੰਦੀ ਜਾ ਰਹੀ ਹੈ। ਪਹੁੰਚੇ ਤੀਰ ਵਿਪਾਸਾ ਥਾਨ। ਚਲਦੇ ਚਲਦੇ ਸਤਿਗੁਰਾਂ ਦੇ ਵਿਵਾਨ ਨੂੰ ਲੈ ਕੇ ਬਿਆਸਾ ਦੇ ਕਿਨਾਰੇ ਪਹੁੰਚ ਗਏ ਸੁੰਦਰ ਪਾਵਨ ਤਲ ਕੋ ਹੀਰਾ। ਔਰ ਜਾ ਕੇ ਉਹ ਸੁੰਦਰ ਜਗ੍ਹਾ ਨੂੰ ਵੇਖਣਾ ਕੀਤਾ। ਕੇਸਰ ਤਿਲ ਚੰਦਨ ਆਰ ਕਨੇਰਾ। ਔਰ ਬਹੁਤ ਜ਼ਿਆਦਾ ਕੇਸਰ ਤੇ ਚੰਦਨ ਆਦ ਜਿਹੜਾ ਆ ਔਰ ਉਹ ਲਿਆਂਦਾ। ਸੰਗ ਹਜ਼ਾਰੋ ਨਰਕੀ ਭੀਰ। ਤੇ ਨਾਲ ਬਹੁਤ ਜ਼ਿਆਦੀਆਂ ਸਿੱਖ ਸੰਗਤਾਂ ਦੀ ਜਿਹੜੀ ਭੀੜਾ ਲੱਗੀ ਹੋਈ ਹੈ। ਕਰੇ ਉਤਾਰਨ ਸਲਤਾ ਤੀਰ। ਤੇ ਸਤਿਗੁਰੂ ਮਹਾਰਾਜ ਜੀ ਦਾ ਸਰੀਰ ਜਿਹੜਾ ਆ ਜਾ ਕੇ ਉੱਥੇ ਉਤਾਰਿਆ ਮੋਢਿਆਂ ਤੋਂ। ਰਚ ਚੰਦਨ ਕੀ ਚਿਖਾ ਵਿਸਾਲਾ। ਤੇ ਸਿੱਖਾਂ ਨੇ ਬੜੇ ਪ੍ਰੇਮ ਦੇ ਨਾਲ ਚੰਦਨ ਦੀ ਚਿਖਾ ਤਿਆਰ ਕੀਤੀ ਹੈ ਸਤਿਗੁਰਾਂ ਦਾ ਅੰਤਮ ਸੰਸਕਾਰ ਕਰਨ ਵਾਸਤੇ। ਗੁਰ ਤਨ ਤਿਸ ਪਰ ਧਰ ਤਤਕਾਲਾ। ਤੇ ਬੜੇ ਪ੍ਰੇਮ ਦੇ ਨਾਲ ਇਹਨਾਂ ਚਾਰੋਂ ਅੰਗ ਨੇ ਮਿਲ ਕੇ ਗੁਰੂ ਰਾਮਦਾਸ ਸਾਹਿਬ, ਬਾਬਾ ਬੁੱਢਾ ਸਾਹਿਬ, ਬਾਬਾ ਮੋਰੀ ਜੀ ਤੇ ਭਾਈ ਬੱਲੂ ਜੀ, ਇਹਨਾਂ ਸਤਿਗੁਰੂ ਅਮਰਦਾਸ ਸਾਹਿਬ ਦੇ ਸਰੀਰ ਨੂੰ ਉਸ ਚਿਖਾ ਦੇ ਉੱਪਰ ਰੱਖ ਦਿੱਤਾ ਹੈ। ਬਹੁਤ ਸੁਗੰਧ ਅਰ ਕ੍ਰਿਤ ਕੋ ਪਾਇਵਾ। ਔਰ ਬਹੁਤ ਜ਼ਿਆਦੀ ਸੁਗੰਧੀ ਦਾਇਕ ਚੀਜ਼ਾਂ ਤੇ ਉੱਪਰ ਦੇਸੀ ਘਿਓ ਜਿਹੜਾ ਹੈ ਸਤਿਗੁਰਾਂ ਦੇ ਸਰੀਰ ਤੇ ਪਾਇਆ ਗਿਆ। ਸਤਿਗੁਰ ਅਮਰ ਨਾਮ ਸਿਮਰਾਇਵਾ। ਤੇ ਸਾਰੇ ਇਹ ਕਿਰਿਆ ਕਰਦੇ ਨੇ ਤੇ ਸਾਰੇ ਦੇ ਸਾਰੇ ਜਿਹੜੇ ਆ ਨਾ ਔਰ ਉਹ ਧੁਨੀ ਗਾਉਂ ਗੂੰਜ ਰਹੀ ਹੈ। ਮਾਨੋ ਜਿਹੜੀ ਬਾਣੀ ਅੰਦਰ ਭੱਟਾ ਨੇ ਕਿਹਾ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆਵੇ। ਔਰ ਉਹ ਸਾਰੇ ਗੁਰੂ ਅਮਰਦਾਸ ਸਾਹਿਬ ਦੀ ਉਪਮਾ ਗਾਈ ਜਾ ਰਹੀ ਹੈ। ਅਗਨ ਮੋਰੀ ਕਰ ਮੈਂ ਧਾਰੀ। ਹੁਣ ਗੁਰੂ ਰਾਮਦਾਸ ਸਾਹਿਬ ਨੇ ਕਿਹਾ, ਬਾਬਾ ਮੋਰੀ ਜੀ ਜਿਹੜੀ ਸੰਸਾਰੀ ਪੱਖ ਦੀ ਰੀਤ ਆ ਨਾ ਪੁੱਛੀ ਸੀ ਔਰ ਉਹ ਤੁਹਾਡੀ ਬਣ ਆਉਂਦੀ ਹੈ ਕਿ ਪਿਤਾ ਦੇ ਸਰੀਰ ਨੂੰ ਪੁੱਤਰ ਅਗਨੀ ਦਿੰਦਾ ਹੈ ਤੇ ਜੇ ਕਿਤੇ ਪੁੱਤਰ ਚੜ੍ਹਾਈ ਕਰ ਜਾਵੇ ਫਿਰ ਪਿਤਾ ਅਗਨੀ ਦਿੰਦਾ ਹੈ। ਕਹਿਣ ਲੱਗੇ ਆਓ ਔਰ ਗੁਰੂ ਰਾਮਦਾਸ ਸਾਹਿਬ ਕਹਿੰਦੇ ਅਗਨੀ ਦੇ ਔਰ ਜਿਹੜੀ ਸੇਵਾ ਉਹ ਤੁਸੀਂ ਕਰੋ। ਗੁਰੂ ਰਾਮਦਾਸ ਸਾਹਿਬ, ਬਾਬਾ ਬੁੱਢਾ ਜੀ, ਭਾਈ ਬੱਲੂ ਜੀ ਨਾਲ ਨੇ ਔਰ ਬਾਬਾ ਮੋਰੀ ਜੀ ਨੇ ਅਗਨ ਜਿਹੜੀ ਹੈ ਉਸ ਚਿਖਾ ਨੂੰ ਦੇਣਾ ਕੀਤੀ। ਸਿਰ ਦਿਸ਼ਟ ਤੇ ਪੁਨ ਸਭ ਦਿਸ਼ਟ ਬਾਰੀ। ਤੇ ਸਿਰ ਵੱਲੋਂ ਅਗਨ ਸ਼ੁਰੂ ਕੀਤੀ ਹੈ ਤੇ 4 ਚਫੇਰੇ ਲਾ ਦਿੱਤੀ। ਕਰੀ ਨਾ ਕਪਾਲ ਕਿਰਿਆ। ਔਰ ਸਤਿਗੁਰੂ ਮਹਾਰਾਜ ਨੇ ਕਿਹਾ ਸੀ ਕੋਈ ਮਨਮਤ ਦੀ ਗੱਲ ਨਹੀਂ ਕਰਨੀ, ਕਪਾਲ ਫੋੜੋ ਜੀ, ਆ ਕਰੋ, ਉਹ ਕੁਝ ਨਹੀਂ ਕੀਤਾ। ਉਠੇ ਮੋਰੀ ਕੀ ਚਲੀ ਕਾ ਨਾਲ। ਇਸ ਤਰ੍ਹਾਂ ਬੜੇ ਪ੍ਰੇਮ ਦੇ ਨਾਲ ਜਿਹੜਾ ਆ ਸਤਿਗੁਰੂ ਮਹਾਰਾਜ ਜੀ ਔਰ ਸਾਰੀ ਸੰਗਤ ਉਥੋਂ ਉੱਠ ਪਈ, ਚੱਲ ਪਈ ਏ ਬਾਬਾ ਮੋਰੀ ਜੀ ਦੇ ਨਾਲ। ਨੀਰ ਵਿਪਾਸਾ ਕੀਨ ਸਨਾਨ। ਸਾਰਿਆਂ ਨੇ ਕਿਉਂਕਿ ਚੱਲਦੇ ਆਏ ਨੇ ਆ ਕੇ ਬਿਆਸਾ ਤੇ ਸਾਰਿਆਂ ਨੇ ਇਸ਼ਨਾਨ ਪਾਣ ਕਰ ਲਿਆ ਹੈ। ਪਿਤ ਕੋ ਕਹਿਓ ਦੀਨ ਸਭਨ ਦਾਨ। ਬੜੇ ਪ੍ਰੇਮ ਦੇ ਨਾਲ ਮਹਾਰਾਜ ਨੇ ਕਿਹਾ ਸੀ ਪਿੱਛੋਂ ਖੁਸ਼ੀ ਕਰਨੀ ਤੇ ਉਸੇ ਤਰ੍ਹਾਂ ਜਿਵੇਂ ਔਰ ਜਨਮ ਵੇਲੇ ਦਾਨ ਆਦ ਕੀਤਾ ਜਾਂਦਾ ਜਿਹੜੇ ਭੁੱਖੇ ਆਏ, ਕਿਉਂਕਿ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰਤਾ ਵੀ ਮਿਲੀ ਆ, ਉਧਰ ਗੁਰੂ ਦਾ ਜੋਤੀ ਜੋਤ ਸਮਾਉਣਾ ਵੀ ਆ। ਉਹਨਾਂ ਨੇ ਖੁੱਲੇ ਵਰਤਾਰੇ ਵਰਤਾਏ, ਜੋ ਆਇਆ ਕਿਸੇ ਨੂੰ ਅੰਦਰ ਦਾ ਸੁੱਖ, ਕਿਸੇ ਨੂੰ ਬਾਹਰ ਦਾ ਸੁੱਖ, ਕਿਸੇ ਨੂੰ ਅੰਦਰ ਦੀ ਦੌਲਤ, ਕਿਸੇ ਨੂੰ ਬਾਹਰ ਦੀ ਦੌਲਤ ਦਿੱਤੀ ਏ। ਤੈ ਤੇ ਮੰਦ ਮੰਦ ਚਲੇ ਆਏ। ਉਥੋਂ ਐਸਤਾ ਐਸਤਾ ਚੱਲਦੇ ਸਤਿਗੁਰੂ ਆ ਗਏ। ਬੈਠ ਬਾਇਕਾ
ਪਰ ਸਮਧਾਏ। ਤੇ ਸਾਰੀ ਸੰਗਤ ਤੇ ਗੁਰੂ ਰਾਮਦਾਸ ਮਹਾਰਾਜ ਉਸ ਜਗ੍ਹਾ ਤੇ ਆ ਗਏ ਜਿੱਥੇ ਬੌਲੀ ਦੇ ਕੋਲ ਦੀਵਾਨ ਸਜਦਾ ਸੀ, ਜਿੱਥੇ ਅੱਜ ਸਾਡਾ ਦਰਬਾਰ ਸਾਹਿਬ ਬਣਿਆ ਹੈ ਨਾ, ਇੱਥੇ ਦੀਵਾਨ ਸਜਿਆ ਕਰਦਾ ਸੀ ਗੁਰੂ ਅਮਰਦਾਸ ਸਾਹਿਬ ਜੀ ਦਾ। ਗਨ ਗਨ ਸਿਮਰੈ ਸਭ ਗੁਰ ਕੀਰੀ। ਤੇ ਸਾਰੇ ਆ ਕੇ ਗੁਰੂ ਦੇ ਗੁਣ ਗਣ ਜਿਹੜੇ ਆ ਨਾ, ਗੁਣਾਂ ਦਾ ਗਾਇਨ ਕਰਦੇ ਹਨ। ਅਸ ਪ੍ਰਤਾਪ ਹਮ ਕਿਸੂ ਨਹੀਰੀ। ਇਸ ਤਰ੍ਹਾਂ ਜਿਹੜਾ ਆ ਕਿਸੇ ਨੂੰ ਦੂਜੇ ਪਾਸੇ ਨਹੀਂ ਵੇਖਣਾ ਕਰਦੇ, ਇੱਕ ਰੂਪ ਹੋ ਕੇ ਸਤਿਗੁਰੂ ਮਹਾਰਾਜ ਜੀ ਦੇ ਪ੍ਰਤਾਪ ਨੂੰ ਵੇਖਦੇ ਹਨ। ਧਰਮ ਰਾਏ ਕੀ ਕਾਨ ਚੁਕਾਈ। ਗੁਰੂ ਅਮਰਦਾਸ ਮਹਾਰਾਜ ਨੇ ਧਰਮਰਾਜ ਦੀ ਕਨੌੜ ਚੁਕਾ ਦਿੱਤੀ ਸੀ ਆਪਣੇ ਸਰੀਰ ਵਿੱਚ ਰਹਿੰਦਿਆਂ, ਕਿ ਅਸੀਂ ਜਿੰਨਾ ਚਿਰ ਸਾਡਾ ਸਰੀਰ ਇਹ ਮਿਰਤੂ ਨਾ ਕਿਸੇ ਦੀ ਹੋਵੇ, ਉਹਨਾਂ ਚਿਰ ਮਹਾਰਾਜ ਨੇ ਕਾਲ ਨੂੰ ਵੀ ਵਰਜ ਦਿੱਤਾ ਸੀ। ਕਾਲ ਵੀ ਜਿਹੜੀ ਮੌਤ ਵੀ ਹੈ ਨਾ, ਉਹ ਗੁਰੂ ਅਮਰਦਾਸ ਮਹਾਰਾਜ ਦੇ ਹੁਕਮ ਤੋਂ ਬਗੈਰ ਉਹਦੀ ਤਾਕਤ ਨਹੀਂ ਸੀ ਗੋਇੰਦਵਾਲ ਵਿੱਚ ਪ੍ਰਵੇਸ਼ ਕਰ ਜਾਵੇ। ਗੁਰੂ ਦੀ ਮੌਜ ਸੀ, ਇਹ ਤੇ ਕਿੰਤੂ ਨਹੀਂ ਕੀਤੀ ਜਾ ਸਕਦੀ। ਗੋਇੰਦਵਾਲ ਕਿਸ ਮ੍ਰਿਤੂ ਪਾਈ। ਔਰ ਕਹਿੰਦੇ ਕੋਈ ਵੀ ਗੋਇੰਦਵਾਲ ਵਿੱਚ ਇਸ ਦੇ ਮ੍ਰਿਤੂ ਨੂੰ ਪ੍ਰਾਪਤ ਨਹੀਂ ਸੀ ਹੁੰਦਾ। ਇਸ ਤੇ ਪਰ ਅਪਰ ਵਡਿਆਈ। ਇਸ ਤੋਂ ਪਰੇ ਹੋਰ ਕੀ ਵਡਿਆਈ ਕਹਿ ਸਕਦੇ ਆ ਜਿਹੜਾ ਮੌਤ ਨੂੰ ਵੀ ਟਾਲ ਦੇਵੇ। ਕਰ ਉਪਕਾਰ ਕਉ ਕਿਆ ਪਾਈ। ਤੇ ਸਾਰੀਆਂ ਸਿੱਖ ਸੰਗਤਾਂ ਜਿਹੜੀਆਂ ਇਹਨਾਂ ਉਪਕਾਰਾਂ ਨੂੰ ਚੇਤੇ ਕਰਦੀਆਂ ਨੇ ਤੇ ਯਾਦ ਕਰਦੀਆਂ ਹਨ। ਰਾਮਚੰਦ ਕੋਈ ਰਾਜ ਮਝਾਰਾ। ਕਹਿਣ ਲੱਗੇ ਰਾਮਚੰਦਰ ਦੇ ਰਾਜ ਵਿੱਚ ਹਮਨੇ ਸੁਨਿਓ ਭਇਓ ਤਸਬਾਰਾ। ਕਹਿੰਦੇ ਇਸ ਤਰ੍ਹਾਂ ਰਾਮਚੰਦਰ ਦੇ ਜਿਹੜਾ ਸੀ ਨਾ ਔਰ ਰਾਜ ਦੀ ਇਹ ਕਥਾ ਸੁਣੀ ਸੀ। ਬ੍ਰਿਧਨ ਆਗੇ ਮਰਵਿਓ ਨਾ ਬਾਲਕ। ਕਹਿੰਦੇ ਕਿ ਤ੍ਰੇਤੇ ਯੁੱਗ ਦੇ ਰਾਮਚੰਦਰ ਨੇ ਆਪਣੇ ਰਾਜ ਵਿੱਚ ਬਾਪ ਦੇ ਸਾਹਮਣੇ ਕੋਈ ਪੁੱਤਰ ਮਰਨ ਵਾਲੀ ਘਟਨਾ ਨਹੀਂ ਸੀ ਹੋਣ ਦਿੱਤੀ। ਕੋ ਮ੍ਰਿਤਿਉ ਪਾ ਜਿਵਾਏ ਤਤਕਾਲਕ। ਤੇ ਔਰ ਜੇ ਕੋਈ ਹੁੰਦਾ ਸੀ ਤੇ ਉਹਨੂੰ ਜਵਾ ਦੇਣਾ ਕਰਦੇ ਸਨ। ਇਨਕੇ ਨਗਰ ਬ੍ਰਿਧ ਸਿਸ ਤਾਰਨ। ਤੇ ਗੁਰੂ ਅਮਰਦਾਸ ਮਹਾਰਾਜ ਦੀ ਵਡਿਆਈ ਇਹ ਵੱਡਾਪਨ ਇਹ ਆ ਕਿ ਇਹਨਾਂ ਦੇ ਪੁੱਛੇ ਤੋਂ ਬਗੈਰ, ਇਹਨਾਂ ਦੇ ਹੁਕਮ ਤੋਂ ਬਗੈਰ, ਇਹਨਾਂ ਦੀ ਆਗਿਆ ਤੋਂ ਬਗੈਰ ਬੱਚਾ ਤਾਂ ਕੀ ਕਿਸੇ ਬਿਰਧ ਨੂੰ ਵੀ ਮੌਤ ਨਹੀਂ ਸੀ ਆਉਂਦੀ ਜਿੰਨਾ ਚਿਰ ਕਾਲ ਨੂੰ ਕੁਝ ਕਰਨਾ ਹੁੰਦਾ ਸੀ। ਤੇ ਔਰ ਗੁਰੂ ਅਮਰਦਾਸ ਸਾਹਿਬ ਦੀ ਆਗਿਆ ਲੈਣੀ ਪੈਂਦੀ ਸੀ ਕਿ ਮੈਂ ਗੋਇੰਦਵਾਲ ਦੀ ਜੂਹ ਵਿੱਚ ਆਵਾਂ ਕਿ ਨਾ ਆਵਾਂ। ਭਇਓ ਨਹੀਂ ਕਿਸੂ ਕੋ ਮਰਨ। ਔਰ ਇਸ ਤਰ੍ਹਾਂ ਜਿਹੜਾ ਆ ਉਹਦਾ ਬਲ ਜਿਹੜਾ ਆ ਕੁਝ ਵੀ ਨਹੀਂ ਸੀ ਹੋਣਾ ਕਰਦਾ। ਜੋ ਮਰ ਗਇਓ ਸੋ ਦਇਓ ਜਿਵਾਏ। ਔਰ ਜੇ ਕੋਈ ਕਹਿੰਦੇ ਮੁਰਦਾ ਹੋ ਜਾਂਦਾ ਸੀ, ਸਤਿਗੁਰਾਂ ਨੇ ਇੱਕ ਵਾਰ ਇੱਕ ਜਿੰਦਾ ਕਰ ਦਿੱਤਾ ਸੀ। ਇਤਿਆਦਿਕ ਗੁਣ ਗੁਰ ਸਮਧਾਈ। ਇਸ ਤੋਂ ਆਦਿਕ ਗੁਰੂ ਅਮਰਦਾਸ ਮਹਾਰਾਜ ਦੇ ਬਹੁਤੇ ਗੁਣ ਹਨ। ਸਿਮਰ ਸ਼ੋਕ ਨ ਕਰੇ ਸੇ ਕੋਈ। ਇਸ ਤਰ੍ਹਾਂ ਸਾਰੇ ਗੁਣਾਂ ਦਾ ਗਾਇਨ ਕਰਦੇ ਤੇ ਸੁਣ ਰਹੇ ਨੇ ਉੱਥੇ ਦੀਵਾਨ ਵਾਲੀ ਜਗ੍ਹਾ ਤੇ ਬੈਠ ਕੇ, ਕੋਈ ਵੀ ਰੋਣ ਦੀ ਆਵਾਜ਼ ਨਹੀਂ ਕਰਦਾ। ਗੁਰ ਕੋ ਬਾਗ ਚਿਤਵਾਵਤ ਸੋਈ। ਤੇ ਸਾਰੇ ਦੇ ਸਾਰੇ ਜਿਹੜੇ ਸਤਿਗੁਰਾਂ ਦੇ ਵਾਕ ਆ ਨਾ, ਉਹਨਾਂ ਨੂੰ ਚਿਤਵਦੇ ਯਾਦ ਕਰਦੇ ਹਨ। ਹਮੇ ਵਸਾਇਓ ਸਭ ਸੁਖ ਦੀਨੇ। ਇਹ ਤਰ੍ਹਾਂ ਕਹਿੰਦੇ ਸਾਨੂੰ ਇਸ ਗੋਇੰਦਵਾਲ ਦੀ ਧਰਤੀ ਤੇ ਵਸਾਇਆ ਤੇ ਸਾਰੇ ਸੁੱਖ ਦੇਣਾ ਕੀਤੇ ਨੇ। ਸੋ ਨਾ ਹੀਰ ਪੂਰਨ ਚਿਤ ਭੀਨੇ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਬਈ ਉਹ ਸਤਿਗੁਰੂ ਮਹਾਰਾਜ ਜੀ ਨੇ ਸੋ ਨਾ ਹੋਏ, ਔਰ ਉਹ ਜਿਹੜਾ ਨਹੀਂ ਹੋਣਾ ਕੀਤਾ ਉਹ ਮਾੜਾ ਸਮਾਂ ਸੋ ਨਾ ਹੋਏ ਚਿਤ ਚਿੰਤਾ ਭੀਨੇ। ਕਹਿਣ ਲੱਗੇ ਹੁਣ ਚਿੰਤਾ ਦੇ ਵਿੱਚ ਭਿੱਜੇ ਕਿ ਉਹ ਨਾ ਹੋਵੇ, ਕਿਤੇ ਉਹ ਭਾਣਾ ਨਾ ਵਾਪਰੇ। ਸਾਨੂੰ ਸਤਿਗੁਰੂ ਕਹਿ ਕੇ ਗਏ ਨੇ ਕਿ ਤੁਸੀਂ ਰੋਣਾ ਨਹੀਂ ਔਰ ਜਪਣਾ ਜੁੜਨਾ। ਤੇ ਸਾਡੀ ਬਾਂਹ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਪਕੜਾ ਗਏ ਹਨ। ਦੋਹਰਾ ਚੰਦ ਅਗਨ ਰਸ ਮਹੀ। ਇੱਥੇ ਬੜੇ ਪ੍ਰੇਮ ਦੇ ਨਾਲ ਕਵੀ ਦੀ ਗਿਣਤੀ ਮਿੰਤੀ ਕਰਦੇ, ਇੱਕ ਚੰਦ ਤਿੰਨ ਅਗਨ, ਇਸ ਤਰ੍ਹਾਂ ਕਰਕੇ ਜਿਹੜਾ ਆ ਔਰ ਰਸਾਂ ਦੀ ਬੇਨਤੀ ਕਰਦੇ ਹਨ। ਬਿਨ ਭਾਦੋ ਪੂਰਨ ਮਾਸ। ਤੇ ਇੱਥੇ ਕਿ ਕੁੱਲ ਮਿਲਾ ਕੇ ਮੈਂ ਸਿੱਧਾ ਜਿਹਾ ਅਰਥ ਕਰ ਦੇਵਾਂ, ਗੁਰੂ ਮਹਾਰਾਜ ਦੇ ਜੋਤੀ ਜੋਤ ਸਮਾਉਣ ਦੀ ਤਿਥੀ ਲਿਖਦੇ ਨੇ। ਕਹਿਣ ਲੱਗੇ ਬਈ 1631 ਬਿਕਰਮੀ ਤੇ ਭਾਦੋਂ ਦੀ ਪੂਰਨਮਾਸ਼ੀ। ਕੁਝ ਦਿਨ ਮੈਂ ਸ੍ਰੀ ਸਤਿਗੁਰੂ ਜੋਤੀ, ਕੁਝ ਦਿਨ ਮੈਂ ਸ੍ਰੀ ਸਤਿਗੁਰੂ। ਔਰ ਇਸ ਤਰ੍ਹਾਂ ਇਸ ਦਿਨ ਜਦੋਂ ਔਰ ਜਿਹੜੀ ਸੀ ਨਾ ਭਾਦਰੋਂ ਦੀ ਔਰ ਜਿਹੜੀ ਸੀਗੀ ਪੂਰਨਮਾਸ਼ੀ ਤੇ ਸੰਮਤ 1631 ਬਿਕਰਮੀ ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਸੋਭਾ ਵਾਲੇ ਜਿਹੜੇ ਨੇ ਉਹ ਜੋਤੀ ਜੋਤ ਸਮਾਏ।
ਜੋਤੀ ਜੋਤ ਮਿਲਾਸ ਤੇ ਉਹਨਾਂ ਆਪਣੀ ਜੋਤ ਜਿਹੜੀ ਏ ਬ੍ਰਹਮ ਵੱਡੀ ਜੋਤ ਦੇ ਵਿੱਚ ਮੁਲਾ ਦੇਣਾ ਕੀਤੀ। ਪੰਚ ਮਾਸ 22 ਬਰਖ ਹੁਣ ਕਵੀ ਜੀ ਇੱਥੇ ਸਾਨੂੰ ਦੱਸਦੇ ਨੇ ਸਤਿਗੁਰੂ ਨੇ ਗੁਰਤਾ ਗੱਦੀ ਕਿੰਨੇ ਦਿਨ ਕੀਤੀ, ਕਿੰਨਾ ਸਮਾਂ। ਕਹਿੰਦੇ 22 ਸਾਲ 5 ਮਹੀਨੇ ਤੇ 11 ਦਿਨ ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ ਤੇ ਰਹੇ ਤੇ ਸਿੱਖ ਸੰਗਤਾਂ ਨੂੰ ਤਾਰਦੇ ਰਹੇ। ਪਾਤਸ਼ਾਹੀ ਜਗ ਮੈਂ ਕਰੀ ਔਰ ਸਤਿਗੁਰੂ ਮਹਾਰਾਜ ਨੇ ਗੁਰਤਾ ਗੱਦੀ ਦੇ ਤਖਤ ਤੇ ਬੈਠ ਕੇ ਪਾਤਸ਼ਾਹੀ ਕਰਨਾ ਕੀਤੀ ਔਰ ਸਾਰਿਆਂ ਨੇ ਦੁੱਖ ਦੂਰ ਕੀਤੇ, ਗੁਰੂ ਨਾਲ ਜੋੜਨਾ ਕੀਤਾ। ਭੱਲੇ ਕੁਲ ਸਿਮਰੌਰ ਔਰ ਭੱਲਿਆਨ ਕੁਲ ਸਿਰ ਮੌਰ, ਭੱਲਿਆਂ ਦੀ ਕੁਲ ਦੇ ਸ਼੍ਰੋਮਣੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਔਰ 22 ਸਾਲ 5 ਮਹੀਨੇ 11 ਦਿਨ ਗੁਰਤਾ ਗੱਦੀ ਦੇ ਉੱਪਰ ਸੁਭਾਈਮਾਨ ਰਹੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 17 ਰਾਗਾਂ ਵਿੱਚ ਬਾਣੀ ਹੈ। ਗੁਰੂ ਅਮਰਦਾਸ ਸਾਹਿਬ ਜੀ ਦੀ ਸੱਚੀ ਸਰਕਾਰ ਦੀ 891 ਸ਼ਬਦਾਂ ਦੇ ਕਰੀਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਗੁਰੂ ਅਮਰਦਾਸ ਸਾਹਿਬ ਦੀ ਬਾਣੀ ਦੇ ਸ਼ਬਦ ਨੇ। ਉਹ ਸਾਨੂੰ ਸ਼ਬਦ ਨਾਲ ਜੋੜ ਕੇ ਗਏ, ਬਾਂਹ ਸਾਡੀ ਗੁਰੂ ਜੋਤ ਨੂੰ ਪਕੜਾ ਕੇ ਗਏ। ਅੱਜ ਸਿੱਖਾਂ ਦੀ ਵਾਗ ਡੋਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹੱਥ ਵਿੱਚ ਆ। ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਜੁੜੀਏ, ਸਾਡਾ ਆਇਆ ਹੋਇਆ ਸਫਲਾ ਹੋ ਸਕੇ। ਗੁਰੂ ਅਮਰਦਾਸ ਮਹਾਰਾਜ ਇਸ ਤਰ੍ਹਾਂ ਜੋਤੀ ਜੋਤ ਸਮਾ ਗਏ। ਅੱਜ ਦੇ ਦਿਨ ਆਪ ਸੰਗਤਾਂ ਸਾਰੀਆਂ ਮਿਲ ਜੁਲ ਕੇ ਉਸ ਪਾਵਨ ਪਵਿੱਤਰ ਦਿਹਾੜੇ ਨੂੰ ਮਨਾ ਰਹੇ ਹੋ। ਸਤਿਗੁਰੂ ਅਮਰਦਾਸ ਮਿਹਰ ਕਰਨ। ਔਰ ਮੇਰੇ ਮਨ ਦਾ ਖਿਆਲ ਸੀ, ਮੈਂ ਕਿਹਾ ਬਈ ਭਾਵੇਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਲੜੀਵਾਰ ਕਥਾ ਚੱਲਦੀ, ਮੇਰੇ ਮਨ ਅੰਦਰ ਖਿਆਲ ਆਇਆ ਮੈਂ ਧੰਨ ਗੁਰੂ ਰਾਮ ਅਮਰਦਾਸ ਮਹਾਰਾਜ ਔਰ ਤੇਰੇ ਗੁਣਾਂ ਦਾ ਵਿਸ਼ੇਸ਼ ਗਾਇਨ ਕਰਾਂ ਤੇ ਤੇਰੀਆਂ ਸੰਗਤਾਂ ਨੂੰ ਸ਼ਰਵਣ ਕਰਾਵਾਂ। ਪਤਾ ਲੱਗ ਜਾਵੇਗਾ ਸੰਗਤ ਨੂੰ ਵੀ ਕਿ ਸਾਡੇ ਸਤਿਗੁਰੂ ਕਿੰਨੇ ਮਹਾਨ ਨੇ। ਉਹਨਾਂ ਦੇ ਆਪਾਂ ਰਲ ਮਿਲ ਕੇ ਗੁਣ ਗਾਇਨ ਕੀਤੇ। ਗੁਣ ਗਾਇਨ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ। ਸਤਿਗੁਰੂ ਅਮਰਦਾਸ ਮਹਾਰਾਜ ਦੇ ਗੁਣ ਜਾਣ ਕੇ ਹਿਰਦਿਆਂ 'ਚ ਵਸਾਵਣੇ। ਦਾਸ ਨੂੰ ਆਪ ਸੰਗਤਾਂ ਦੇ ਦਰ ਦਾ, ਗੁਰੂ ਦੇ ਦਰ ਦਾ ਕੂਕਰ ਜਾਣ, ਬੇਅੰਤ ਭੁੱਲਾਂ ਦੀ ਖਿਮਾ ਕਰਨੀ। ਇੰਨੀਆਂ ਬੇਨਤੀਆਂ ਪ੍ਰਵਾਨ ਅਰਦਾਸ ਅੰਦਰ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ